ਮੈਂ ਸਵਾਗਤ ਕਰਦੀ ਹਾਂ ਆਪਣੇ ਦੋਸਤਾਂ ਦਰਸ਼ਕਾਂ ਦਾ। ਅੱਜ ਦਾ ਇਹ ਪ੍ਰੋਗਰਾਮ ਜਿਹਦੇ ਵਿੱਚ ਪੰਜਾਬ ਦਾ ਯੂਥ ਬੋਲਦਾ, ਜਿਹਦੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਮਨਦੀਪ ਕੌਰ ਟਾਂਗਰਾ ਜੀ ਤੋਂ। ਮਨਦੀਪ ਕੌਰ ਟਾਂਗਰਾ ਉਹ ਨੇ ਜਿਨ੍ਹਾਂ ਦੀ IT ਕੰਪਨੀ, ਇੱਕ ਬਹੁਤ ਵਧੀਆ ਰੈਪੂਟੇਟਡ ਪ੍ਰੈਸਟੀਜੀਅਸ IT ਕੰਪਨੀ ਜਿਹਦਾ ਹੈੱਡਕੁਆਰਟਰ ਪਿੰਡ ਦੇ ਵਿੱਚ ਆ। ਮਨਦੀਪ ਕੌਰ ਟਾਂਗਰਾ ਜੀ ਦਾ ਆਪਣਾ ਜਿਹੜਾ IT ਮਾਡਲ ਆ, ਦੈਟ ਇਜ਼ ਰੂਰਲ, ਪਿੰਡਾਂ ਦੇ ਵਿੱਚ ਵਸਿਆ ਹੋਇਆ IT ਮਾਡਲ। ਪੰਜਾਬ ਦੇ ਵਿੱਚ ਇੱਕ ਬਿਰਤਾਂਤ, ਇੱਕ ਨੈਰੇਟਿਵ ਜਿਹੜਾ ਉਹ ਚੱਲ ਰਿਹਾ ਕਿ ਪੰਜਾਬ 'ਚ ਕੁਛ ਨਹੀਂ ਬਚਿਆ। ਪੰਜਾਬ ਦਾ ਯੂਥ ਜਿਹੜਾ ਉਹ ਕਹਿੰਦਾ ਕਿ ਇਟਸ ਬੈਟਰ ਕੈਨੇਡਾ ਅਮਰੀਕਾ ਜਾ ਕੇ ਸੈਟਲ ਹੋ ਸਕੀਏ, ਉੱਧਰ ਚਲੇ ਜਾਈਏ ਤਾਂ ਬੈਟਰ ਹੈ, ਪੰਜਾਬ 'ਚ ਕੁਛ ਨਹੀਂ ਰਿਹਾ। ਇਸੇ ਚੀਜ਼ ਦਾ ਜਵਾਬ ਲੈਣ ਲਈ ਅੱਜ ਅਸੀਂ ਮਨਦੀਪ ਕੌਰ ਟਾਂਗਰਾ ਜੀ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਰਹਿ ਕੇ ਕਿਹੜੇ ਮੈਂਟਲ ਚੈਲੰਜਸ ਉਹਨਾਂ ਸਾਹਮਣੇ ਆਏ, ਕਿਹੜੇ ਸੋਸ਼ਲ ਚੈਲੰਜਸ, ਟੈਕਨੀਕਲ ਚੈਲੰਜਸ ਐਂਡ ਕਿਹਨਾਂ ਨੂੰ ਉਹਨਾਂ ਨੇ ਆਈਡੀਅਲ ਮੰਨਿਆ, ਕਿਵੇਂ ਆਪਣੀ ਮੋਟੀਵੇਸ਼ਨ ਲੱਭੀ, ਕਿਵੇਂ ਇੰਸਪੀਰੇਸ਼ਨ ਲੱਭੀ ਔਰ ਆਪਣੇ ਆਪ ਨੂੰ ਕਾਮਯਾਬੀ ਦੇ ਲੈਵਲ ਤੇ ਲਿਆ ਕੇ ਖੜਾ ਕੀਤਾ। ਸਭ ਤੋਂ ਪਹਿਲਾਂ ਮਨਦੀਪ ਕੌਰ ਟਾਂਗਰਾ ਜੀ ਦਾ ਵੈਲਕਮ, ਥੈਂਕ ਯੂ ਫॉर द ਟਾਈਮ। ਥੈਂਕ ਯੂ ਮਨਵੀਰ ਜੀ ਐਂਡ ਸੋਸ਼ਲ ਪੋਸਟ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਥੈਂਕ ਯੂ ਮਨਦੀਪ ਜੀ। ਮੈਂ ਗੱਲ ਨੂੰ ਇੱਥੋਂ ਹੀ ਸ਼ੁਰੂ ਕੀਤਾ ਹੈ ਕਿ ਆਪਣੀ ਇੰਟਰੋਡਕਸ਼ਨ 'ਚ ਵੀ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਮਾਹੌਲ ਇਹ ਬਣ ਗਿਆ ਯੂਥ ਦੇ ਵਿੱਚ ਕਿ ਪੰਜਾਬ 'ਚ ਹੁਣ ਕੁਝ ਬਚਿਆ ਨਹੀਂ ਆ, ਪੰਜਾਬ 'ਚ ਕੁਝ ਨਹੀਂ ਹੈਗਾ। ਕੈਨੇਡਾ ਜਾਈਏ, ਅਮਰੀਕਾ ਜਾਈਏ, ਆਸਟ੍ਰੇਲੀਆ ਜਾਈਏ, ਕੋਈ ਨਵਾਂ ਦੇਸ਼ ਲੱਭੀਏ। ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹਦੇ 'ਚ ਤੁਹਾਡੇ ਥਾਟ ਕੀ ਆ? ਤੁਸੀਂ ਖੁਦ ਪੰਜਾਬ ਹੋ, ਕਿਉਂਕਿ ਤੁਸੀਂ ਪੰਜਾਬ ਦੀ ਜਿਹੜੀ ਆ ਉਹ ਇੱਥੋਂ ਦਾ ਖਾਣਾ ਪੀਣਾ, ਰਾਈਟ, ਇੱਥੋਂ ਦੀ ਧਰਤੀ ਨੇ ਸਾਨੂੰ ਬਣਾਇਆ। ਅਸੀਂ ਇੱਥੋਂ ਦੀ ਆਬੋ ਹਵਾ 'ਚ ਸਾਹ ਲੈ ਕੇ ਪੜ੍ਹੇ ਆ, ਠੀਕ ਹੈ। ਸੋ ਇੱਥੋਂ ਦੀ ਬੋਲੀ ਬੋਲਦੇ ਆ, ਇੱਥੋਂ ਦੇ ਕੱਪੜੇ ਪਾਉਂਦੇ ਆ, ਆਪਣੀ ਸ਼ਖਸੀਅਤ ਨੂੰ ਇੱਥੇ ਰਹਿ ਕੇ ਨਿਖਾਰਿਆ। ਭਾਵੇਂ ਅਸੀਂ 17 ਸਾਲ ਦੇ ਆ, ਭਾਵੇਂ 27 ਸਾਲ ਦੇ, ਭਾਵੇਂ 37 ਸਾਲ ਦੇ, ਜਦੋਂ ਅਸੀਂ ਸੋਚਦੇ ਕਿ ਅਸੀਂ ਬਾਹਰ ਜਾਣਾ। ਸੋ ਇਸ ਗੱਲ ਨੂੰ ਮੈਂ ਮਤਲਬ ਇਸ ਤਰ੍ਹਾਂ ਸਮਝਾਉਣਾ ਚਾਹੁੰਦੀ ਕਿ ਪੰਜਾਬ ਵਿੱਚ ਜੇ ਕੁਛ ਨਹੀਂ ਆ, ਇਹਦਾ ਮਤਲਬ ਇਹ ਹੈ ਕਿ ਤੁਹਾਡੇ ਵਿੱਚ ਕੁਛ ਨਹੀਂ ਆ, ਤੁਹਾਡੇ ਵਿੱਚ ਕੋਈ ਕਾਬਲੀਅਤ ਨਹੀਂ ਹੈ। ਕਿਉਂਕਿ ਜੇ ਤੁਸੀਂ ਅੱਜ ਆਪਣੇ ਆਪ ਨੂੰ ਇੰਨਾ ਕਾਬਿਲ ਸਮਝਦੇ ਹੋ ਕਿ ਮੈਂ ਕੈਨੇਡਾ, US ਦੀ ਧਰਤੀ ਤੇ ਜਾ ਕੇ ਕੋਈ ਅੱਛਾ ਕੰਮ ਕਰ ਸਕਦਾ ਵਾਂ, ਤੇ ਜ਼ਰੂਰ ਕਰੋ। ਪਰ ਪੰਜਾਬ ਨੂੰ ਇਸ ਤਰ੍ਹਾਂ ਨਾ ਕਹੋ ਕਿ ਪੰਜਾਬ 'ਚ ਕੁਛ ਨਹੀਂ ਹੈ, ਕਿਉਂਕਿ ਤੁਸੀਂ ਜਿੱਥੇ ਵੀ ਜਾਓਗੇ ਪੰਜਾਬ ਬਣਦਾ ਜਾਏਗਾ ਤੇ ਤੁਸੀਂ, ਤੁਹਾਡੇ ਅੰਦਰ ਪੰਜਾਬ ਹੈ, ਤੁਸੀਂ ਮੰਨੋਗੇ ਵੀ ਨਾ ਮੰਨੋ। ਮਨਦੀਪ ਕੌਰ ਜੀ, ਤੁਸੀਂ ਸਟਾਰਟ ਕੀਤਾ ਆਪਣਾ ਇੱਕ ਵੈਂਚਰ, ਤੁਸੀਂ ਆਈ ਥਿੰਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਪੜ੍ਹੇ, ਤੁਸੀਂ ਪੰਜਾਬ 'ਚ ਹੀ ਰਹਿ ਕੇ ਪੜ੍ਹਾਈ ਕੀਤੀ, ਇੱਥੇ ਤੁਸੀਂ ਆਪਣਾ ਫਰਮ ਇਸਟੈਬਲਿਸ਼ ਕੀਤਾ। ਕਿਹੜੀ ਇਹ ਇੱਥੇ ਹੀ ਪਿੰਡ ਦੇ ਵਿੱਚ ਹੀ ਰਹਿ ਕੇ ਆਪਣੇ ਕਾਰੋਬਾਰ ਨੂੰ ਸੈਟਲ ਕਰਨਾ, ਉਹ ਵੀ IT ਦਾ, ਕਿਉਂਕਿ ਟੈਕਨੋਲੋਜੀ, ਇਨਫੋਰਮੇਸ਼ਨ ਐਂਡ ਟੈਕਨੋਲੋਜੀ ਦੇ ਨਾਲ ਬਹੁਤ ਸਾਰਾ ਡਾਇਲੇਮਾ ਪੰਜਾਬ 'ਚ ਹੈਗਾ, ਇੰਨਾ ਆਪਾਂ ਸਮਝ ਨਹੀਂ ਪਾਉਂਦੇ। ਇਹਦੀ ਇੰਸਪੀਰੇਸ਼ਨ ਕਿੱਥੋਂ ਆਈ, ਇਹਦਾ ਆਈਡੀਆ ਕਿੱਥੋਂ ਇਮਰਜ ਹੋਇਆ? ਇੰਸਪੀਰੇਸ਼ਨ ਫਰਸਟ ਤੇ ਇਹੀ ਸੀ ਕਿ ਜਦੋਂ ਮੈਂ ਜੌਬ ਕਰ ਰਹੀ ਸੀ, ਆਈ ਵਾਸ ਵਰਕਿੰਗ ਵਿਦ ਵਨ ਆਫ ਦੀ ਜੁਐਲਰੀ ਬ੍ਰਾਂਡ। ਸੋ ਜਦੋਂ ਮੈਂ ਜੌਬ ਕਰ ਰਹੀ ਸੀ ਤੇ ਮੇਰੇ ਕੋਲ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਮਤਲਬ ਕਾਫੀ ਏਰੀਆ ਸੀ ਮੇਰੇ ਕੋਲ ਉਸ ਜੌਬ ਦੇ ਦੌਰਾਨ। ਅੱਛੀ ਸੈਲਰੀ ਮਿਲਦੀ ਸੀ, ਬਟ ਮੈਨੂੰ ਇਹ ਲੱਗਦਾ ਸੀ ਕਿ ਸੈਲਰੀ ਜ਼ਿਆਦਾ ਮਿਲਦੀ ਆ ਪਰ ਮੇਰੇ ਕੋਲ ਕੰਮ ਨਹੀਂ ਉਨਾ ਕਰਵਾਇਆ ਜਾ ਰਿਹਾ। ਸੋ ਮੈਂ ਐਨਰਜੀ ਲੈਵਲ ਦੀ ਗੱਲ ਕਰਦੀ ਹਾਂ ਕਿ ਮਤਲਬ ਉਸ ਏਜ ਦੇ ਵਿੱਚ ਜਦੋਂ ਅਸੀਂ ਕਾਲਜ ਤੋਂ ਬਾਹਰ ਹੁੰਦੇ, ਸਾਡੇ ਕੋਲ ਬਹੁਤ ਐਨਰਜੀ ਹੁੰਦੀ ਹੈ ਤੇ ਕਈ ਵਾਰੀ ਅਸੀਂ ਉਹਨੂੰ ਨਾ ਰੋਂਗ ਜਿਹੜੀ ਆ ਉਹ ਡਾਇਰੈਕਸ਼ਨ ਅਸੀਂ ਦੇ ਦਿੰਦੇ। ਸੋ ਇਹ ਵੀ ਜਿਹੜਾ ਇੱਕ ਫੈਕਟਰ ਸੀ। ਸੋ ਦੂਸਰਾ, IT ਜਿਹੜਾ ਵਾ ਉਹ ਸ਼ੁਰੂ ਤੋਂ ਹੀ, ਮਤਲਬ ਬਹੁਤ ਸਾਲਾਂ ਤੋਂ ਇਟ ਇਜ਼ ਅ ਟ੍ਰੈਂਡਿੰਗ ਸੈਕਟਰ। ਜਿਹੜੇ ਬੱਚੇ ਅਵੇਅਰ ਨੇ, ਜਾਂ ਜਿਹੜਾ ਯੂਥ, ਜਾਂ ਜਿਹੜੇ ਅਪਕਮਿੰਗ ਐਂਟਰਪ੍ਰੀਨਿਓਰਸ ਨੇ, ਜੇ ਤੁਸੀਂ ਪੜ੍ਹਦੇ ਹੋ, ਨਿਊਜ਼ਪੇਪਰਸ ਪੜ੍ਹਦੇ ਹੋ ਜਾਂ ਐਨਾਲਿਸਿਸ ਕਰਦੇ ਹੋ, ਤੇ ਟੈਕਨੋਲੋਜੀ ਦੀ ਜਿਹੜੀ ਗਰੋਥ ਆ ਉਹ ਦਿਖਦੀ ਆ। ਹਾਲਾਂਕਿ ਮੈਂ ਖੁਦ ਟੈਕਨੋਲੋਜੀ ਫੀਲਡ ਦੀ ਨਹੀਂ ਆ, ਬਟ ਇੱਕ ਰੀਅਲ ਐਂਟਰਪ੍ਰੀਨਿਓਰ ਦਾ, ਬਿਜ਼ਨਸਮੈਨ ਦਾ, ਜਾਂ ਅਪਕਮਿੰਗ ਜੇ ਤੁਸੀਂ ਐਂਟਰਪ੍ਰੀਨਿਓਰ ਹੋ ਤਾਂ ਉਹਨੂੰ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈ ਕਿ ਆਉਣ ਵਾਲਾ ਟ੍ਰੈਂਡ ਜਿਹੜਾ ਉਹ ਕਿਹੜਾ ਹੈ। ਸੋ ਮੈਂ ਨਾਰਮਲੀ ਆਈ ਕੈਨ ਨਾਟ ਕੋਡਿੰਗ ਨਹੀਂ ਕਰ ਸਕਦੀ, ਮੈਂ ਵੈਬਸਾਈਟ ਬਣਾ ਨਹੀਂ ਸਕਦੀ, ਡਿਜ਼ਾਈਨ ਕਰ ਨਹੀਂ ਸਕਦੀ, ਬਟ ਮੈਨੂੰ ਇਹ ਖੁਦ ਫੀਲ ਹੁੰਦਾ ਕਿ ਆਈ ਐਮ ਟ੍ਰੈਂਡ ਐਨਾਲਿਸਿਸ ਜਿਹੜਾ ਵਾ ਉਹ ਮੈਂ ਕਰ ਸਕਦੀ ਹਾਂ। ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਕਿ ਮੈਂ 10 ਸਾਲ ਪਹਿਲਾਂ ਬੜਾ ਅੱਛਾ ਟ੍ਰੈਂਡ ਐਨਾਲਿਸਿਸ ਕੀਤਾ ਕਿ ਇਸ ਸੈਕਟਰ ਵਿੱਚ ਅਸੀਂ ਆ ਗਏ। ਇੱਕ ਤਾਂ ਇੰਸਪੀਰੇਸ਼ਨ ਹੁੰਦੀ ਹੈ ਸਟਾਰਟ ਕਰਨਾ ਕੋਈ ਬਿਜ਼ਨਸ, ਔਰ ਇੱਕ ਹੁੰਦੀ ਹੈ ਤੁਸੀਂ ਕਾਰੋਬਾਰ ਸਟਾਰਟ ਕਰ ਲਿਆ ਔਰ ਉਹਦੇ ਨਾਲ ਜਿਹੜੀ ਡੇਲੀ ਇੰਸਪੀਰੇਸ਼ਨ ਦੀ ਤੁਹਾਨੂੰ ਲੋੜ ਪੈਂਦੀ ਹੈ, ਬਿਕੋਜ਼ ਐਵਰੀ ਡੇ ਇੱਕ ਨਵੀਂ ਆਬਸਟੈਕਲ ਆ ਕੇ ਖੜੀ ਹੋ ਜਾਂਦੀ ਜੇਕਰ ਆਮ ਲੋਕਾਂ ਦੀ ਲਾਈਫ ਦੇ ਵਿੱਚ ਆਉਂਦੀ, ਔਰ ਜਿੱਦਾਂ ਕੰਮ ਹੋਈ ਜਾਂਦਾ ਓਡੀਆਂ ਵੱਡੀਆਂ ਪ੍ਰੋਬਲਮਸ ਆਈ ਜਾਂਦੀਆਂ। ਹਾਊ ਯੂ ਡੀਲ ਵਿਦ ਦੈਟ? ਇੱਕ ਡਿਸਕਰੇਜਮੈਂਟ ਕਿਤੇ ਨਾ ਕਿਤੇ ਆਉਣ ਦਾ ਡਰ ਹੁੰਦਾ,
ਉਹਦੇ ਨਾਲ ਕਿਵੇਂ ਡੀਲ ਕਰਦੇ ਹੋ ਫਿਰ? ਕਿੱਥੋਂ ਤੁਸੀਂ ਮੋਟੀਵੇਸ਼ਨ ਲੈਂਦੇ ਹੋ ਪਿੰਡ ਦੇ ਵਿੱਚ ਰਹਿ ਕੇ? ਸੀ ਨਿਸ਼ਾਨਾ ਤੈਅ ਕਰਨਾ ਬਹੁਤ ਜ਼ਰੂਰੀ ਆ। ਜੇ ਤੁਸੀਂ ਓਲੰਪੀਅਨ ਬਣਨਾ ਹੈ, ਫਰਸਟ ਆਉਣਾ ਹੈ, ਟੌਪ ਕਰਨਾ ਹੈ ਕਾਲਜ ਦੇ ਵਿੱਚ, ਬਿਜ਼ਨਸ 'ਚ ਸਕਸੈਸਫੁਲ ਹੋਣਾ ਹੈ, ਜਾਂ ਤੁਸੀਂ ਕੋਈ ਵੀ ਫੀਲਡ 'ਚ ਅੱਗੇ ਜਾਣਾ ਹੈ, ਜੋ ਵੀ ਤੁਹਾਡਾ ਡ੍ਰੀਮ ਆ, ਸੋ ਤੁਹਾਨੂੰ ਵਿਜ਼ੂਅਲਾਈਜ਼ ਕਰਨਾ ਪਏਗਾ ਕਿ ਮੈਂ 100 ਬੰਦਿਆਂ ਦੀ ਟੀਮ ਬਣਾ ਲਿਆ। ਤੁਹਾਨੂੰ ਇਹ ਮੰਨਣਾ ਪਏਗਾ ਕਿ ਮੈਂ ਐਮਐਲਏ ਬਣ ਚੁੱਕਾ ਹਾਂ। ਤੁਹਾਨੂੰ ਵਿਜ਼ੂਅਲਾਈਜ਼ ਕਰਨਾ ਪਏਗਾ ਕਿ ਮੈਂ ਇੱਕ ਸੈਲੀਬ੍ਰਿਟੀ ਹਾਂ, ਜਾਂ ਜੋ ਮੈਂ ਇੱਕ ਓਲੰਪੀਅਨ ਆ, ਰਾਈਟ? ਐਂਡ ਦੈਨ ਯੂ ਹੈਵ ਟੂ ਪਰਫਾਰਮ ਇਨ ਦ ਸੇਮ ਵੇ ਐਵਰੀ ਡੇ। ਜਦੋਂ ਮੈਂ ਮੰਨ ਹੀ ਲਿਆ ਕਿ ਮੈਂ ਇੱਕ ਸਕਸੈਸਫੁਲ ਬਿਜ਼ਨਸ ਵੂਮਨ ਆ, ਸੋ ਆਈ ਡੂ ਆਲ ਦੀ ਐਕਟੀਵਿਟੀਜ਼ ਜਿਹੜੀਆਂ ਕਿ ਅਲਾਈਨਡ ਹੈਗੀਆਂ, ਜੋ ਕਿ ਜਦੋਂ ਮੈਂ ਇੰਨੀ ਸਕਸੈਸਫੁਲ ਹੋਵਾਂ ਜੋ ਮੇਰਾ ਡ੍ਰੀਮ ਆ, ਤੇ ਮੈਂ ਫਿਰ ਕੀ ਕਰਦੀ ਰੋਜ਼, ਰਾਈਟ? ਸੋ ਮੈਂ ਚ ਪੜ੍ਹਾਈ ਦੀ ਵੀ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕਿ ਐਮਬੀਏ ਦੀ ਮੈਂ ਟੌਪਰ ਸੀ, ਤੇ ਮੇਰੇ ਜਿਹੜਾ ਪੜ੍ਹਾਈ ਕਰਨ ਦਾ ਤਰੀਕਾ ਸੀ ਉਹ ਇਹੀ ਸੀ ਕਿ ਜੇ ਮੈਂ ਅੱਜ ਆਈਆਈਟੀ ਜਾਂ ਹਾਰਵਰਡ ਯੂਨੀਵਰਸਿਟੀ ਚ ਹੁੰਦੀ ਤੇ ਮੈਂ ਕਿਸ ਤਰ੍ਹਾਂ ਪੜ੍ਹਦੀ, ਰਾਈਟ? ਸੋ ਉਹੀ ਤਰੀਕੇ ਨਾਲ ਮੈਂ ਰੋਜ਼ ਜੋਸ਼ ਨਾਲ ਪੜ੍ਹਾਈ ਕਰਨੀ ਕਿ ਉਹਨੇ ਮੈਨੂੰ ਰੋਜ਼ 65 ਕਿਲੋਮੀਟਰ ਮੈਂ ਅਪ ਡਾਊਨ ਕਰਦੀ ਸੀ, ਟੋਟਲ 130 ਕਿਲੋਮੀਟਰ ਹੋ ਗਿਆ, ਫਿਰ ਵੀ ਮੈਂ ਟੌਪਰ ਬਣੀ ਆਪਣੀ ਯੂਨੀਵਰਸਿਟੀ ਦੀ, ਰਾਈਟ? ਸੋ ਜੋ ਵੀ ਤੁਸੀਂ ਜ਼ਿੰਦਗੀ ਵਿੱਚ ਬਣਨਾ ਚਾਹੁੰਦੇ ਹੋ, ਜੋ ਤੁਹਾਡਾ ਡ੍ਰੀਮ ਆ, ਉਹ ਤੁਹਾਨੂੰ ਅੱਜ ਤੋਂ ਹੀ ਜੀਣਾ ਪਏਗਾ। ਇਹ ਨਹੀਂ ਕਿ ਪਹਿਲਾਂ ਮੈਂ ਐਮਐਲਏ ਬਣਾਂਗਾ ਫਿਰ ਮੈਂ ਲੋਕਾਂ ਦੀ ਸੇਵਾ ਕਰਾਂਗਾ। ਲੋਕਾਂ ਦੀ ਸੇਵਾ ਜਿਹੜੀ ਆ ਉਹ ਅੱਜ ਤੋਂ ਸ਼ੁਰੂ ਕਰਨੀ ਪਏਗੀ, ਤੇ ਫਿਰ ਤੁਸੀਂ ਬਣੇ ਹੀ ਹੋ, ਤੁਹਾਨੂੰ ਬਣਨ ਦੀ ਲੋੜ ਨਹੀਂ ਪਏਗੀ, ਰਾਈਟ? ਸੋ ਆਈ ਗਿਵ ਮਾਈ ਬੈਸਟ ਐਵਰੀ ਡੇ ਐਂਡ ਵਿਜ਼ੂਅਲਾਈਜ਼ ਮਾਈਸੈਲਫ ਕਿ ਮੈਂ ਆਲਰੇਡੀ ਇੱਕ ਸਕਸੈਸਫੁਲ ਵੂਮਨ ਆ, ਐਂਡ ਇੱਕ ਸਕਸੈਸਫੁਲ ਵੂਮਨ ਜਿਹੜੀ ਕਿ ਸਮਝੋ ਕਿ ਫਿਊਚਰ 'ਚ ਮੈਂ ਚਾਹੁੰਦੀ ਕਿ 1000 ਲੋਕਾਂ ਨੂੰ ਸੈਲਰੀ ਦੇ ਰਹੀ ਹੋਵਾਂ, ਤੇ ਫਿਰ ਮੈਨੂੰ ਕਿਸ ਜੋਸ਼ ਨਾਲ ਉੱਠ ਕੇ ਸਵੇਰੇ ਆਉਣਾ ਚਾਹੀਦਾ। ਸੋ ਉਹ ਚੀਜ਼ ਮੈਂ ਆਪਣੇ ਅੰਦਰ ਕਾਇਮ ਰੱਖਦੀ। ਇਹ ਮੇਰੀ ਅਚੀਵਮੈਂਟ ਆ ਕਿ ਮੈਂ 120 EMPLOYEES ਦੀ ਇੱਕ ਕੰਪਨੀ ਖੜੀ ਕਰਤੀ ਪਿੰਡ ਵਿੱਚ, ਜਿਹਦੇ ਵਿੱਚ ਮੈਂ ਕਿਸੇ ਦਾ ਸਾਥ ਨਹੀਂ ਮੈਨੂੰ ਮਿਲਿਆ ਖਾਸ, ਹਨਾ? ਨਾ ਹੀ ਮੈਂ ਕੋਈ ਅਮੀਰ ਘਰ ਤੋਂ ਸੀ, ਨਾ ਮੇਰੇ ਕੋਲ ਕੋਲੈਟਰਲ ਸੀ। ਜੇ ਤੁਸੀਂ ਇਸ ਚੀਜ਼ ਨੂੰ ਮੈਨੂੰ ਪ੍ਰਾਈਮ ਮਿਨਿਸਟਰ ਤੱਕ ਨੇ ਇਨਵਾਈਟ ਕੀਤਾ, ਇਸ ਚੀਜ਼ ਨੂੰ ਮੇਰੀ ਸਕਸੈਸ ਮੰਨਦੇ ਹੋ, ਤੇ ਤੁਹਾਨੂੰ ਇਹ ਵੀ ਸਕਸੈਸ ਮੰਨਣਾ ਪਏਗਾ ਕਿ ਮੈਨੂੰ ਬਣਾਉਣਾ ਮੇਰੇ ਪੇਰੈਂਟਸ ਦੀ ਸਕਸੈਸ ਆ। ਸੋ ਉਹਨਾਂ ਨੇ ਵੀ ਕਦੀ ਨਹੀਂ ਸੋਚਿਆ ਹੋਣਾ ਕਿ ਉਹਨਾਂ ਨੇ ਮਨਦੀਪ ਕੌਰ ਟਾਂਗਰਾ ਵਰਗੀ ਡਾਟਰ ਬਣਾ ਦੇਣਗੇ 1-1 ਰੁਪਇਆ ਜੋੜ ਕੇ, ਤੇ ਰੋਜ਼ ਇੰਨੀਆਂ ਭਾਰੀਆਂ ਗੰਢਾਂ ਚੁੱਕ ਕੇ, ਆਪਣੇ ਆਪ ਨੂੰ ਇੰਨੀਆਂ ਸੱਟਾਂ ਲਗਵਾ ਕੇ, ਤੇ 72 ਸਾਲ ਪੁਰਾਣੇ ਘਰ ਵਿੱਚ ਰਹਿ ਕੇ ਉਹਨਾਂ ਨੇ ਮਨਦੀਪ ਕੌਰ ਟਾਂਗਰਾ ਬਣਾਤੀ। ਤੇ ਉਹਨਾਂ ਦੀ ਵੀ ਅਚੀਵਮੈਂਟ ਆ। ਮੈਨੂੰ ਲੱਗਦਾ ਕਿ ਜੇ ਮੈਂ ਜੋ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਫੋਲੋ ਕੀਤਾ ਇੱਕ ਮਨਦੀਪ ਕੌਰ ਟਾਂਗਰਾ ਬਣਾਉਣ ਲਈ, ਜੇ ਮੈਂ ਉਹੀ ਸਿਧਾਂਤ, ਉਹੀ ਸੰਸਕਾਰ ਆਪਣੀ ਲਾਈਫ 'ਚ ਫੋਲੋ ਕਰਨਾ ਕਿ ਓਨੈਸਟ ਰਹਿਣਾ, ਛੁੱਟੀ ਨਹੀਂ ਕਰਨੀ, ਲੱਤ ਵੀ ਟੁੱਟ ਗਈ ਤੇ ਆਫਿਸ 'ਚ ਬੈਠਣਾ, ਠੀਕ ਆ, ਕਿਸੇ ਨਾਲ ਗਲਤ ਨਹੀਂ ਕਰਨਾ। ਸੋ ਜੇ ਜੋ ਮੇਰੇ ਫਾਦਰ ਦੇ, ਮੇਰੇ ਪੇਰੈਂਟਸ ਦੇ ਸੰਸਕਾਰ ਆ ਕਿ ਜਿੰਨਾ ਦੀ ਮਿਹਨਤ ਨਾਲ ਮਨਦੀਪ ਕੌਰ ਟਾਂਗਰਾ ਬਣੀ ਆ, ਉਹਨੂੰ ਹੀ ਫੋਲੋ ਕਰਨਾ, ਤੇ ਮੈਨੂੰ ਲੱਗਦਾ ਮੈਂ ਹਜੇ ਬਹੁਤ ਪਿੱਛੇ ਆ। ਮੈਂ ਤੇ ਸਿਰਫ ਅਜੇ 100 ਬੰਦਿਆਂ ਦੀ ਕੰਪਨੀ ਬਣਾਈ ਆ, ਰਾਈਟ? ਸੋ ਉਹਨਾਂ ਨੂੰ ਫੋਲੋ ਕਰਦੇ ਕਰਦੇ ਮੈਨੂੰ ਲੱਗਦਾ ਕਿ ਮੈਂ ਕਾਫੀ ਅੱਗੇ ਜਿਹੜਾ ਉਹ ਮੈਂ ਜਾ ਸਕਦੀ। ਬਾਕੀ ਐਗਜ਼ਾਮਪਲ ਦੀ ਕੋਈ ਕਮੀ ਨਹੀਂ ਆ। ਸਪੋਰਟਸ ਪਰਸਨ ਨੂੰ ਮੈਂ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੀ ਹਾਂ, ਕਿਉਂਕਿ ਫਿਜ਼ੀਕਲੀ ਬਹੁਤ ਮਿਹਨਤ ਕਰਕੇ ਜਿਹੜਾ ਵਾ ਉਹ ਅੱਗੇ ਜਾਂਦੇ ਨੇ। ਭਾਗ ਮਿਲਖਾ ਭਾਗ ਮੂਵੀ ਮੈਂ ਜਦੋਂ ਵੇਖਦੀ ਹਾਂ, ਉਹਦਾ ਇੱਕ ਸੀਨ ਕਿ ਜਿਹਦੇ ਵਿੱਚ ਪੈਰਾਂ 'ਚ ਕਿੱਲ ਵੱਜ ਗਏ ਨੇ ਤੇ ਫਿਰ ਵੀ ਭੱਜ ਰਹੇ ਨੇ, ਉਹ ਚੀਜ਼ ਜਿਹੜੀ ਆ ਮੈਨੂੰ ਕਦੀ ਵੀ ਨਹੀਂ ਭੁੱਲਦੀ। ਸੋ ਮੈਨੂੰ ਜੋ ਮਰਜ਼ੀ ਹੋ ਜੇ ਫਿਜ਼ੀਕਲੀ, ਜੋ ਮਰਜ਼ੀ ਮੇਰਾ ਮੂਡ ਖਰਾਬ ਹੋਵੇ, ਮੈਨੂੰ ਸੱਟ ਲੱਗ ਜੇ, ਕੁਛ ਵੀ ਆ, ਤੇ ਮੈਨੂੰ ਮੇਰੇ 'ਚ ਜੋਸ਼ ਜਿਹੜਾ ਉਹ ਹਮੇਸ਼ਾ ਬਰਕਰਾਰ ਹੁੰਦਾ ਕਿ ਮੈਂ ਕੰਮ ਜਿਹੜਾ ਉਹ ਮੈਂ ਕਰਨਾ ਹੀ ਕਰਨਾ। ਮੈਂ ਕੰਮ ਨੂੰ ਰੱਬ ਮੰਨਦੀ ਹਾਂ। ਹਰ ਚੀਜ਼, ਘਰ 'ਚ ਕੋਈ ਪਰੇਸ਼ਾਨੀ ਹੋ ਗਈ, ਕਿਸੇ ਦੋਸਤ ਮਿੱਤਰ ਨਾਲ ਲੜਾਈ ਹੋ ਗਈ, ਮੇਰੇ EMPLOYEE ਦੀ ਕੁਛ ਵੀ ਹੋ ਜੇ, ਮੈਂ ਆਪਣੇ ਮੂਡ ਨੂੰ ਸਾਈਡ ਤੇ ਰੱਖ ਕੇ ਵਰਕ ਨੂੰ ਜਿਹੜੀ ਉਹ ਫਸਟ ਪ੍ਰੈਫਰੈਂਸ ਦਿੰਦੀ। ਡੈਡੀਕੇਸ਼ਨ ਐਂਡ ਡਿਸਪਲਿਨ, ਹਨਾ? ਇਹ ਡੈਡੀਕੇਸ਼ਨ ਔਰ ਡਿਸਪਲਿਨ ਦੀ ਕਮੀ ਵੈਸੇ ਦੇਖਿਓ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਜਾਂਦੇ ਹੋ, ਕਿਉਂਕਿ ਤੁਸੀਂ ਬਹੁਤ ਪਬਲਿਕ ਮੀਟਿੰਗਸ 'ਚ ਹੁੰਦੇ ਆ, ਤੁਸੀਂ ਦੇਖਦੇ ਆ ਕਾਲਜਾਂ ਦੇ ਬੱਚਿਆਂ ਨੂੰ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੀ ਯੂਥ ਦੇ ਵਿੱਚ ਥੋੜੀ ਜਿਹੀ ਏਲੀਏਨੇਸ਼ਨ ਆ ਚੁੱਕੀ ਹੈ। ਉਹ ਆਪਣੇ ਕਲਚਰ ਤੋਂ ਵੀ, ਸੋਸਾਇਟੀ ਤੋਂ ਵੀ, ਐਂਡ ਨੈਤਿਕਤਾ ਦੇ ਤੌਰ ਤੇ ਵੀ ਥੋੜਾ ਭਟਕ ਚੁੱਕਾ ਆ। ਉਹਨਾਂ ਦੀ ਜਿਹੜੀ ਇੱਕ ਡੈਡੀਕੇਸ਼ਨ ਦੀ ਇਹ ਕਮੀ ਉੱਥੇ ਹੈਗੀ ਆ। ਮੈਂ ਚਾਹੁੰਦੀ ਤੁਸੀਂ ਇਸ ਵਿਚਾਰ ਦੇ ਥਰੂ ਇੱਕ ਵਾਰੀ ਸੋਚ ਕੇ ਦੱਸੋ, ਕਿਉਂਕਿ ਤੁਹਾਡੇ ਕੋਲ ਐਕਸਪੀਰੀਅੰਸ ਜ਼ਿਆਦਾ ਹੈ। ਦੇਖੋ, ਯੂਥ ਇਸ ਚੀਜ਼ ਲਈ ਰੈਡੀ ਆ ਕਿ ਕੈਨੇਡਾ ਦੇ ਕਾਲਜ 'ਚ ਜਾਵਾਂਗੇ, ਹਾਰਵਰਡ 'ਚ ਜਾਵਾਂਗੇ, ਉੱਥੇ ਕਿਸੇ ਸਪੈਸ਼ਲ ਗੁਰੂ ਨੂੰ ਬੁਲਾਵਾਂਗੇ, ਤੇ ਕਿੰਨੇ ਸਾਰੇ YouTube ਤੇ ਸਪਿਰਿਚੁਅਲ ਗੁਰੂਜ਼ ਆ, ਕਿੰਨੇ ਜਾਣੇ ਆ,
ਉਹ ਫਿਰ ਫੇਮਸ ਬੰਦਾ ਜਿਹਨੂੰ ਕਿ ਮਿਲੀਅਨ ਲੋਕ ਫੋਲੋ ਕਰਦੇ ਆ ਉਹ ਆਏਗਾ ਉੱਥੇ, ਠੀਕ ਆ, ਜਿਹਦੀਆਂ ਆਪਾਂ ਫਿਰ ਉਹ ਆ ਕੇ ਦੱਸੇਗਾ ਕਿ ਸਵੇਰੇ ਉੱਠ ਕੇ ਤੁਸੀਂ ਨੀਮ ਤੇ ਹਲਦੀ ਨੂੰ ਯੂਜ਼ ਕਰਨਾ ਵਾ ਆਪਣੇ ਆਪ ਨੂੰ ਵਧੀਆ ਰੱਖਣ ਲਈ, ਉਹ ਸਾਡੇ ਘਰੇ ਦੱਸੀ ਜਾ ਰਹੇ ਨੇ, ਠੀਕ ਹੈ। ਸੋ ਇੰਨਾ ਟਰੈਵਲ ਕਰਨ ਦੀ, ਇੰਨੇ ਪੈਸੇ ਵੇਸਟ ਕਰਨ ਦੀ, ਉੱਥੇ ਜਾ ਕੇ ਅਸੀਂ ਸਿੱਖ ਰਹੇ ਕਿ ਮੈਥਮੈਟਿਕਸ ਸਭ ਤੋਂ ਜ਼ਿਆਦਾ ਕਾਢਾਂ ਜਿਹੜੀਆਂ ਇੱਥੇ ਨਿਕਲੀਆਂ ਇੰਡੀਆ ਦੇ ਵਿੱਚ, ਰਾਈਟ। ਸੋ ਜੇ ਤੁਸੀਂ ਆਪਣੇ ਆਲੇ ਦੁਆਲੇ ਦੇਖੋ ਤੇ ਬਹੁਤ ਕੁਛ ਹੈ ਸਿੱਖਣ ਲਈ, ਇਸ ਧਰਤੀ ਤੇ ਵੀ ਬੜਾ ਕੁਛ ਬਣਿਆ। ਮੈਂ ਹਮੇਸ਼ਾ ਹਰ ਇੰਟਰਵਿਊ 'ਚ ਕਿਹਾ ਹੈ, ਇਹਦੇ ਵਿੱਚ ਵੀ ਮੈਂ ਕਹਿ ਰਹੀ ਕਿ ਮੈਂ ਕੋਈ ਬਾਹਰ ਜਾਣ ਦੇ ਅਗੇਂਸਟ ਨਹੀਂ ਆ, ਟੂ ਵੇ ਲਰਨਿੰਗ ਹੋਣੀ ਚਾਹੀਦੀ। ਫਸਟ, ਬਾਹਰ ਜਾਣ ਦੇ ਅਗੇਂਸਟ ਮੈਂ ਇਸ ਲਈ ਨਹੀਂ ਆ ਕਿਉਂਕਿ ਪੂਰਾ ਧਰਤੀ ਜਿਹੜੀ ਆ, ਪੂਰਾ ਯੂਨੀਵਰਸ ਰੱਬ ਨੇ ਬਣਾਇਆ ਹੈ, ਸਾਰੀਆਂ ਚੀਜ਼ਾਂ ਹੀ ਸੋਹਣੀਆਂ, ਠੀਕ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਰੱਬ ਦੀ ਬਖਸ਼ਿਸ਼ ਹੈ, ਅਸੀਂ ਕਿਤੇ ਵੀ ਜਾ ਕੇ ਰਹਿ ਸਕਦੇ ਹਾਂ। ਸੈਕਿੰਡ, ਕਿ ਤੁਸੀਂ ਜਦੋਂ ਬਾਹਰ ਚਲ ਜਾਂਦੇ ਹੋ ਤੇ ਤੁਸੀਂ ਪਿਛਲੀ ਚੀਜ਼ ਜਿਹੜੀ ਆ ਉਹ ਭੁੱਲਣੀ ਨਹੀਂ, ਆਪਣਾ ਪਿੰਡ। ਤੁਸੀਂ ਇੱਥੇ ਵੀ ਘਰ ਬਣਾਓ, ਉੱਥੇ ਵੀ ਘਰ ਬਣਾਓ, ਇੱਥੇ ਵੀ ਬਿਜ਼ਨਸ ਖੋਲੋ, ਉੱਥੇ ਵੀ ਬਿਜ਼ਨਸ ਖੋਲੋ। ਬ੍ਰਿਜ ਬਣਾਉਣੇ ਜਿਹੜੇ ਆ ਉਹ ਬਹੁਤ ਜ਼ਰੂਰੀ ਆ, ਇਹ ਮੈਂ ਕਹਿੰਦੀ। ਥਰਡ, ਤੁਸੀਂ ਜੋ ਤੁਹਾਡਾ ਦਿਲ ਕਰਦਾ ਨਾ ਉਹ ਕਰੋ। ਜੇ ਤੁਹਾਡਾ ਦਿਲ ਪੰਜਾਬ 'ਚ ਰਹਿਣ ਨੂੰ ਕਰਦਾ ਫਿਰ ਤੁਸੀਂ ਕੈਨੇਡਾ ਨਾ ਜਾਓ, ਤੇ ਜੇ ਤੁਸੀਂ ਕੈਨੇਡਾ ਜਾਣ ਦਾ ਹੀ ਤੁਹਾਡਾ ਦਿਲ, ਆਪਣੀ ਦਿਲ ਦੀ ਆਵਾਜ਼ ਸੁਣੋ, ਫਿਰ ਤੁਸੀਂ ਪੰਜਾਬ 'ਚ ਨਾ ਰਹੋ। ਪਰ ਲੋਕ ਕਰ ਕੀ ਰਹੇ ਨੇ, ਦਿਲ ਉਹਨਾਂ ਦਾ ਕੈਨੇਡਾ ਹੈ ਪਰ ਰਹਿੰਦੇ ਪੰਜਾਬ ਪਏ ਨੇ, ਤੇ ਜਿਹੜਾ ਦਿਲ ਪੰਜਾਬ ਰਹਿਣਾ ਚਾਹੁੰਦਾ ਵਾ ਉਹ 30 ਸਾਲ ਤੋਂ ਕੈਨੇਡਾ 'ਚ ਫਸਿਆ ਹੋਇਆ, ਅਮਰੀਕਾ 'ਚ ਫਸਿਆ ਹੋਇਆ, ਉਹ ਅੱਜ ਆਉਣਾ ਚਾਹੁੰਦਾ। ਸੋ ਮਨ ਮਾਰ ਕੇ ਜਦੋਂ ਅਸੀਂ ਕੰਮ ਕਰਾਂਗੇ ਤੇ ਅਸੀਂ ਪੈਸਾ ਤੇ ਕਮਾ ਸਕਦੇ ਹਾਂ, ਪਰ ਅੰਦਰੂਨੀ ਅਸੀਂ ਖੁਸ਼ ਨਹੀਂ ਹੋ ਸਕਦੇ, ਅਸੀਂ ਸਫਲ ਨਹੀਂ ਹੋ ਸਕਦੇ। ਐਕਚੁਅਲ 'ਚ ਪੈਸਾ ਕਮਾ ਕੇ ਜਿਹੜੀ ਪਿਆਰ, ਜਿਹੜੀ ਹੈਪੀਨੈਸ ਤੱਕ ਅਸੀਂ ਪਹੁੰਚਣਾ ਚਾਹੁੰਦੇ ਆ, ਉਹ ਉਸ ਤੋਂ ਪਹਿਲਾਂ ਹੀ ਪਹੁੰਚਿਆ ਜਾ ਸਕਦਾ ਹੈ ਜੇ ਅਸੀਂ ਮਟੀਰੀਅਲਿਸਟਿਕ ਨਾ ਸੋਚੀਏ। ਅਸੀਂ ਇਹ ਸੋਚੀਏ ਕਿ ਮਟੀਰੀਅਲਿਸਟਿਕ ਚੀਜ਼ਾਂ ਕਮਾਉਣ ਤੋਂ ਬਾਅਦ ਵੀ ਅਸੀਂ ਖੁਸ਼ੀ ਤੇ ਪਿਆਰ ਹੀ ਚਾਹੁੰਦੇ ਹਾਂ, ਜਿਹੜਾ ਕਿ ਸਾਨੂੰ ਉਦਾਂ ਵੀ ਜਿਹੜਾ ਉਹ ਮਿਲ ਸਕਦਾ ਹੈ। ਐਂਡ ਵੈਨ ਯੂ ਫੋਲੋ ਕਿ ਤੁਹਾਨੂੰ ਪੀਸ ਨੂੰ, ਤੁਸੀਂ ਜਿਹੜਾ ਸ਼ਾਂਤੀ ਨੂੰ ਜਾਂ ਇੱਕ ਸਾਦਗੀ ਨੂੰ ਅਪਣਾ ਲੈਂਦੇ ਹੋ ਤੇ ਤੁਸੀਂ ਮਿਹਨਤ ਕਰਦੇ ਜਾਂਦੇ ਹੋ ਤੇ ਪੈਸਾ ਤੁਹਾਨੂੰ ਆਪੇ ਹੀ ਫੋਲੋ ਕਰਦਾ ਹੈ, ਰੈਕੋਗਨੀਸ਼ਨ ਤੁਹਾਨੂੰ ਖੁਦ ਹੀ ਜਿਹੜੀਆਂ ਮਿਲਦੀਆਂ ਨੇ। ਸੋ ਬਾਹਰ ਜਾਣ ਦੇ ਮੈਂ ਅਗੇਂਸਟ ਨਹੀਂ ਆ, ਪਰ ਜਿਹੜੀ ਧਰਤੀ ਨੇ, ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀ, ਇੰਨਾ ਅੱਛਾ ਤੁਸੀਂ ਸਵਾਲ ਕੀਤਾ ਮੈਨੂੰ ਸ਼ੁਰੂ 'ਚ ਹੀ, ਕਿ ਜਿਹੜੀ ਧਰਤੀ ਨੇ ਤੁਹਾਨੂੰ ਬਣਾਇਆ ਹੈ ਉਹਨੂੰ ਵਾਪਸ ਕਰਨਾ ਬਹੁਤ ਜ਼ਰੂਰੀ ਹੈ। ਇਹ ਨਹੀਂ ਕਿ ਖਾਸ ਹੀ ਪਿੰਡ ਦਾ ਲਿਆ, ਅਸੀਂ ਆਪਣੇ ਪਿੰਡਾਂ ਤੋਂ ਸਬਜ਼ੀਆਂ ਖਾਧੀਆਂ, ਪਿੰਡਾਂ ਦੀ ਸਾਰੀ ਚੀਜ਼ ਯੂਜ਼ ਕੀਤੀ, ਉੱਥੋਂ ਦਾ ਦੁੱਧ ਪੀਤਾ, ਅਸੀਂ ਪਿੰਡਾਂ ਦੇ ਘਰਾਂ 'ਚ ਰਹੇ, ਉੱਥੋਂ ਦੀ ਆਬੋ ਹਵਾ ਯੂਜ਼ ਕੀਤੀ, ਤੇ ਜਦੋਂ ਅਸੀਂ ਬਣ ਗਏ 20 ਸਾਲ 'ਚ, 25 ਸਾਲ 'ਚ ਇੱਕ ਇੰਨੀ ਅੱਛੀ ਬੋਡੀ, ਸੋਲ ਰੱਬ ਨੇ ਸਾਨੂੰ ਦੇਤੀ, ਤੇ ਉਦੋਂ ਅਸੀਂ ਸੇਵਾ ਕਰਨ ਉਸੇ ਪਿੰਡ ਦੇ, ਉਸੇ ਇਲਾਕੇ ਨੂੰ ਨਹੀਂ ਅਸੀਂ ਵੇਖਿਆ, ਅਸੀਂ ਕਿਤੇ ਹੋਰ ਜਾ ਕੇ ਸੈਟਲ ਹੋ ਗਏ ਤੇ ਫਿਰ ਅਸੀਂ ਕਿਹਾ ਕਿ ਉਹ ਵਧੀਆ ਨਹੀਂ ਸੀ। ਸੋ ਇਹ ਚੀਜ਼ ਜਿਹੜੀ ਥੋੜੀ ਜਿਹੀ ਸੋਚ ਚੇਂਜ ਕਰਨ ਦੀ ਲੋੜ ਕਿ ਆਪਣੇ ਯੂਥ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਤਾਂ ਮਨਦੀਪ ਕੌਰ ਜੀ, ਬੜਾ ਉਹਨਾਂ 'ਚ ਇੱਕ ਫੀਅਰ ਆਫ ਫੇਲੀਅਰ ਹੈ। ਜਿਵੇਂ ਹੁਣ ਫੋਰ ਐਗਜ਼ਾਮਪਲ 25-30 ਲੱਖ ਲਾ ਕੇ ਕੈਨੇਡਾ ਅਮਰੀਕਾ ਵੀ ਜਾਣਾ ਆ, ਉਹ ਇੱਥੇ ਤੁਹਾਡੇ ਵਾਲੇ ਮਾਡਲਸ ਨੂੰ ਫੋਲੋ ਕਰ ਸਕਦੇ ਆ, ਇੱਕ ਨਵੇਂ ਆਈਡੀਆਜ਼ ਨੂੰ ਲੈ ਕੇ ਆ ਸਕਦੇ ਆ, ਬਟ ਇੱਕ ਫੀਅਰ ਆਫ ਫੇਲੀਅਰ ਆ ਉਹਨਾਂ ਦੇ ਵਿੱਚ। ਇਸ ਕਰਕੇ ਉਹ 25-30 ਲੱਖ ਇੱਥੇ ਇਨਵੈਸਟ ਨਹੀਂ ਕਰਨਾ ਚਾਹੁੰਦੇ ਪਿੰਡਾਂ ਦੇ ਵਿੱਚ। ਇੱਕ ਬੇਭਰੋਸਗੀ ਹੈ ਇਸ ਸਿਸਟਮ ਤੇ ਤੁਹਾਨੂੰ ਜੀ। ਸੋ ਫੀਅਰ ਦੀ ਅਸੀਂ ਗੱਲ ਕਰੀਏ, ਸਕਸੈਸ ਜਿਹੜੀ ਆ ਉਹ ਐਕਸਪੀਰੀਅੰਸ ਨਾਲ ਆਉਂਦੀ ਹੈ, ਠੀਕ ਆ। ਉਹ ਇੱਕਦਮ ਨਹੀਂ ਆ ਸਕਦੀ ਕਿ ਮੈਨੂੰ ਕੋਈ ਐਕਸਪੀਰੀਅੰਸ ਹੀ ਨਹੀਂ ਤੇ ਮੈਂ ਸੋਚਾਂ ਕਿ ਮੈਨੂੰ ਆਈ ਵਾਂਟ ਟੂ ਓਪਨ ਅ ਸਕੂਲ ਤੇ ਮੈਂ ਸਕੂਲ ਖੋਲਿਆ ਤੇ ਅਗਲੇ ਸਾਲ ਉਹ ਸਕਸੈਸਫੁਲ ਹੋ ਜੇ, ਰਾਈਟ। ਸੋ ਸਕਸੈਸ ਜਿਹੜੀ ਆ ਉਹ ਐਕਸਪੀਰੀਅੰਸ ਨਾਲ ਆਉਂਦੀ, ਤੇ ਐਕਸਪੀਰੀਅੰਸ ਜਿਹੜਾ ਵਾ ਉਹ ਗਲਤ ਡਿਸੀਜਨਸ ਨਾਲ ਆਉਂਦਾ। ਜਿੰਨੇ ਗਲਤ ਡਿਸੀਜਨ ਹੋਈ ਜਾਣਗੇ, ਲਰਨਿੰਗ ਵਧੀ ਜਾਏਗੀ ਤੇ ਉਨਾ ਹੀ ਐਕਸਪੀਰੀਅੰਸ ਵਧੀ ਜਾਏਗਾ, ਤੇ ਉਨਾ ਹੀ ਸਾਡੀ ਜ਼ਿੰਦਗੀ ਜਿਹੜੀ ਆ ਸਕਸੈਸ ਵਧੀ ਜਾਏਗੀ। ਹੁਣ ਕੱਲ ਹੀ ਮੈਂ ਇੱਕ ਐਗਜ਼ਾਮਪਲ ਦੇਖੀ, ਕੋਈ ਮੈਨੂੰ ਮਿਲਣ ਆਇਆ ਸੀ ਕਿ 20-30 ਲੱਖ ਰੁਪਇਆ ਲਗਾ ਕੇ ਇੱਥੇ ਬਿਜ਼ਨਸ ਜਿਹੜਾ ਉਹ ਸਟਾਰਟ ਕਰ ਲਿਆ ਪੰਜਾਬ ਦੇ ਵਿੱਚ, ਤੇ ਉਹ ਬੰਦਾ ਉਹ 'ਚ ਹੀ ਸਟਕ ਹੋਇਆ ਪਿਆ 3-4 ਸਾਲ ਤੋਂ ਕਿ ਮੈਂ ਪੈਸੇ ਲਾਏ ਆ ਤੇ ਹੁਣ ਮੈਂ ਇਹੀ ਬਿਜ਼ਨਸ ਕਰਨਾ। ਸੋ ਇਹ ਗੱਲ ਨਹੀਂ ਹੁੰਦੀ, ਕਈ ਵਾਰੀ ਤੁਹਾਨੂੰ ਕਈ ਚੀਜ਼ਾਂ ਤੋਂ ਸਿੱਖਣ ਦੀ ਲੋੜ ਆ ਕਿ ਇਸ ਬਿਜ਼ਨਸ 'ਚ ਮੈਂ ਕੀ ਗਲਤ ਕੀਤਾ ਤਾਂ ਕਿ ਮੈਂ ਕੁਝ ਹੋਰ ਕਰਾਂ, ਮੈਂ ਆਪਣੀ એનર્ਜੀ ਜਿਹੜੀ ਆ ਯੂਜ਼ ਕਰਾਂ, ਇੱਥੇ ਬਹਿ ਕੇ ਜਿਹੜਾ ਵਾ ਉਹ ਮੈਂ ਪਛਤਾਈ ਨਾ ਜਾਵਾਂ, ਰੋਈ ਨਾ ਜਾਵਾਂ ਰੋਜ਼। ਫੋਰ ਐਗਜ਼ਾਮਪਲ ਕਿ ਮੇਰਾ ਸਭ ਤੋਂ ਪਹਿਲਾਂ ਈ-ਕਾਮਰਸ ਬਿਜ਼ਨਸ ਸੀ, ਆਨਲਾਈਨ ਸ਼ਾਪਿੰਗ ਵੈਬਸਾਈਟ ਸੀ। ਮੈਨੂੰ ਉਹ 'ਚ ਬਹੁਤ ਜ਼ਿਆਦਾ ਪੈਸਾ ਚਾਹੀਦਾ ਸੀ ਉਹਨੂੰ ਚਲਾਉਣ ਲਈ, ਕਿਉਂਕਿ ਉਹ ਇੱਕ ਪ੍ਰੋਡਕਟ ਬੇਸਡ ਕੰਪਨੀ ਸੀ। ਬਟ 2015 ਦੇ ਵਿੱਚ ਮੈਂ ਬਹੁਤ ਹਾਰਡ ਡਿਸੀਜਨ ਲਿਆ ਕਿ ਮੈਂ ਇੱਕ IT ਕੰਪਨੀ, ਨਵੀਂ ਕੰਪਨੀ ਸ਼ੁਰੂ ਕਰਾਂਗੀ, ਕਿਉਂਕਿ ਮੇਰੀ ਪੁਰਾਣੀ ਕੰਪਨੀ ਨੂੰ ਬਹੁਤ ਜ਼ਿਆਦਾ ਪੈਸੇ ਚਾਹੀਦੇ ਨੇ। ਸੋ ਕਈ ਵਾਰੀ ਜ਼ਿੰਦਗੀ ਦੇ ਵਿੱਚ
ਥੋੜਾ ਜਿਹਾ ਡਿਸੀਜਨ ਮੇਕਿੰਗ ਕਰਨ ਨਾਲ ਬਹੁਤ ਵੱਡਾ ਜਿਹੜਾ ਉਹ ਬਦਲਾਵ ਆ ਜਾਂਦਾ ਹੈ। ਡਰਨਾ ਨਹੀਂ, ਠੀਕ ਹੈ, ਡਰਨਾ ਕਿਸੇ ਚੀਜ਼ ਤੋਂ ਵੀ ਨਹੀਂ ਡਰਨਾ, ਮੌਤ ਤੋਂ ਵੀ ਨਹੀਂ ਡਰਨਾ, ਕਿਉਂਕਿ ਉਹ ਤੇ ਆਉਣੀ ਇੱਕ ਦਿਨ, ਠੀਕ ਹੈ। ਸੋ ਉਹਦੇ ਫੀਅਰ 'ਚ ਜੀ ਜਾਵਾਂਗੇ ਤੇ ਫਿਰ ਅਸੀਂ ਕੰਮ ਨਹੀਂ ਕਰ ਸਕਦੇ। ਸੋ ਇਸ ਕਰਕੇ ਜਿੱਦਾਂ ਦਾ ਮਰਜ਼ੀ ਮੌਸਮ ਹੋਵੇ, ਜੋ ਮਰਜ਼ੀ ਹੋਵੇ, ਆਈ ਆਲਵੇਜ਼ ਕੰਪਲੀਟ ਮਾਈ ਵਰਕ। ਜਿੰਨਾ ਮਰਜ਼ੀ ਮੀਂਹ ਆ ਜਾਏ, ਜਿੱਥੇ ਮੈਂ ਪ੍ਰੋਮਿਸ ਕੀਤਾ ਕਿ ਇਹ ਮੈਂ ਕਰਨਾ, ਉਦੋਂ ਮੈਂ ਕਰਨਾ ਹੀ ਆ, ਰਾਈਟ। ਸੋ ਉਸ ਤਰ੍ਹਾਂ ਦਾ ਤੁਹਾਡਾ ਨੇਚਰ ਹੋਣਾ ਚਾਹੀਦਾ ਕਿ ਅਸੀਂ ਪ੍ਰੀਕਾਸ਼ਨਰੀ ਜ਼ਿਆਦਾ ਰਹਿ ਕੇ ਰਿਸਕ ਲਏ ਬਿਨਾ ਅੱਗੇ ਨਹੀਂ ਵਧਿਆ ਜਾ ਸਕਦਾ। ਰਿਸਕ ਲੈਣੇ ਪੈਣਗੇ ਤੇ ਉਹ ਫਿਰ ਤੇ ਆਪਾਂ ਘਰੇ ਬੈਠ ਜੀ ਕੁਝ ਕਰੀਏ ਨਾ, ਰੋਟੀ ਤੇ ਮਿਲ ਹੀ ਜਾਣੀ ਹੈ, ਹਨਾ। ਸੋ ਜੇ ਕੁਝ ਵੱਡਾ ਕਰਨਾ ਹੈ ਤੇ ਰਿਸਕ ਵੀ ਲੈਣੇ ਪੈਣਗੇ। ਸੋ ਡਰਨਾ ਨਹੀਂ, ਕਿਉਂਕਿ ਕਈ ਵਾਰੀ ਘਰੋਂ ਸਾਨੂੰ ਲੱਗਦਾ ਕਿ ਨੈਗੇਟਿਵ ਆ ਜਾਏਗਾ, ਸਾਨੂੰ ਮੰਮੀ ਕੁਝ ਕਹਿਣਗੇ, ਪਾਪਾ ਕੁਝ ਕਹਿਣਗੇ, ਰਾਈਟ। ਪਰ ਜੇ ਤੁਸੀਂ ਮਿਹਨਤੀ ਹੋਗੇ, ਐਵਰੀਬਡੀ ਵਿਲ ਰਿਸਪੈਕਟ ਯੂ। ਤੁਹਾਨੂੰ ਤੁਹਾਡੀ ਗੱਲ ਮੰਨਣੀ ਸ਼ੁਰੂ ਕਰ ਦੇਣਗੇ ਜਦੋਂ ਤੱਕ ਤੁਸੀਂ ਆਪਣੇ ਘਰਦਿਆਂ ਦੀ ਗੱਲ ਮੰਨੋਗੇ। ਮੈਂ ਅਕਸਰ ਦੱਸਦੀ ਹੁੰਨੀ ਕਿ MBA ਤੱਕ ਵੀ ਮੇਰੀ ਮੰਮੀ ਨੇ ਮੈਨੂੰ ਕਿਤੇ ਨਹੀਂ ਜਾਣ ਦਿੱਤਾ, ਤੇ ਅੱਜ ਮੇਰੇ ਮੰਮਾ ਮੈਨੂੰ ਖੁਦ ਭੇਜਦੇ ਆ ਕਿ ਤੂੰ ਇੱਥੇ ਘੁੰਮ ਕੇ ਆ, ਇੱਥੇ ਜਾ, ਤੂੰ ਆ ਵੀ, ਤੂੰ ਸਾਰੇ ਕੰਟਰੀਜ਼ ਦੇਖ ਕੇ ਆਣੇ, ਦੁਨੀਆ ਦੇਖ ਤੂੰ ਮਨਦੀਪ, ਠੀਕ ਆ। ਉਸੇ ਗਰਲ ਨੂੰ ਕਹਿ ਰਹੇ ਆ ਜਿਹਨੂੰ MBA ਤੱਕ ਉਹਨਾਂ ਨੇ ਕਿਤੇ ਰਾਤ ਜਾਣ ਹੀ ਨਹੀਂ ਦਿੱਤਾ ਕਦੀ। ਮੈਂ ਛੁੱਟੀ ਵੀ ਨਹੀਂ ਕੀਤੀ ਕਦੀ, ਤਾਈਓ ਕਰਕੇ ਕਿਸੇ ਕੋਈ ਕਾਲਜ 'ਚ 5 ਸਾਲ 'ਚ ਕੋਈ ਛੁੱਟੀ ਨਹੀਂ ਕੀਤੀ, ਕੋਈ ਲੈਕਚਰ ਨਹੀਂ ਮਿਸ ਕੀਤਾ। ਇਸ ਚੀਜ਼ ਲਈ ਫੇਮਸ ਆ ਮੈਂ, ਠੀਕ ਹੈ, ਬਿਕੋਜ਼ ਉਦਾਂ ਦੇਖੋ ਘਰਦਿਆਂ ਦੀ ਜਿਹੜੀ ਟਾਈਟਨੈਸ ਹੁੰਦੀ ਆ, ਜਾਂ ਘਰਦੇ ਤੁਹਾਨੂੰ ਜੋ ਇੰਸਟਰਕਟ ਕਰਦੇ ਆ, ਜਿਹੜਾ ਬੱਚਾ ਉਹੀ ਫੋਲੋ ਕਰ ਲੇ ਨਾ, ਉਹ ਵੀ ਸਕਸੈਸਫੁਲ ਹੋ ਸਕਦਾ, ਮੇਰਾ ਇਹ ਮੰਨਣਾ। ਹਾਲਾਂਕਿ ਮੇਰੇ ਪੇਰੈਂਟਸ ਨੂੰ ਕੋਈ ਜ਼ਿਆਦਾ ਕੋਈ ਜ਼ਿਆਦਾ ਤਜਰਬੇ ਨਹੀਂ ਹੈਗੇ, ਉਹਨਾਂ ਨੇ ਇੱਕੋ ਜਗ੍ਹਾ ਤੇ ਰਹੇ, ਉਹ ਖੁਦ ਪੰਜਾਬ ਤੋਂ ਬਾਹਰ ਵੀ ਨਹੀਂ ਗਏ, ਬਹੁਤ ਘੱਟ ਗਏ ਹੁਣ, 1-2 ਵਾਰ ਮਸਾਂ ਹੀ। ਪੰਜਾਬ ਦੇ ਯੂਥ ਤੇ ਤੁਹਾਨੂੰ ਭਰੋਸਾ ਹੈਗਾ ਕਿ ਕਰ ਸਕਦੇ ਨੇ ਪਿੰਡਾਂ ਦੇ ਵਿੱਚ ਰੂਰਲ IT ਕੰਪਨੀਆਂ ਜਾਂ ਇੱਕ ਕੋਈ ਆਊਟ ਆਫ ਦਾ ਬਾਕਸ ਨਵਾਂ ਆਈਡੀਆ ਲਿਆ ਕੇ ਆਪਣਾ ਕਾਰੋਬਾਰ ਖੋਲ ਸਕਦੇ ਸਾਡੇ ਪੰਜਾਬ ਦੀਆਂ ਕੁੜੀਆਂ ਮੁੰਡੇ? ਪੰਜਾਬ 'ਚ ਬਹੁਤ ਅੱਛਾ ਕੰਮ ਜਿਹੜਾ ਹੋ ਵੀ ਰਹੇ ਨੇ ਤੇ ਕਰ ਸਕਦੇ ਹੋ ਅਸੀਂ। ਮੈਂ ਤੁਹਾਨੂੰ ਖੁਦ ਦੀ ਐਗਜ਼ਾਮਪਲ ਹੀ ਦੇਤੀ ਹੈ ਕਿ ਆਲਰੇਡੀ 120 ਪੀਪਲ ਅਸੀਂ ਕੰਮ ਕਰ ਰਹੇ ਹਾਂ ਪੰਜਾਬ ਤੋਂ। ਉਹ 'ਚੋਂ ਮੈਜੋਰਿਟੀ ਜਿਹੜੇ ਆ ਉਹ ਪਿੰਡਾਂ ਦੇ ਬੱਚੇ ਨੇ ਐਂਡ ਵਾਈਟ ਕਾਲਰ ਜੌਬਸ ਕਰ ਰਹੇ ਨੇ, ਜਿਹਦੇ ਵਿੱਚ 20,000 ਤੋਂ 1 ਲੱਖ ਤੱਕ ਉਹਨਾਂ ਦੀ ਤਨਖਾਹ ਹੈ। ਤੁਰ ਕੇ ਆ ਰਹੇ ਨੇ ਘਰੋਂ, ਠੀਕ ਆ, ਆਪਣੇ ਸਾਈਕਲ ਤੇ, ਆਪਣੇ ਮੋਟਰਸਾਈਕਲ ਤੇ ਜਿਹੜੇ ਘਰੋਂ ਆ ਰਹੇ ਨੇ। ਇੱਥੇ ਕੋਈ 4-5 ਹਜ਼ਾਰ ਦੀ ਜੌਬ ਕਰਨ ਨਹੀਂ ਆ ਰਹੇ, ਕੰਪਿਊਟਰ ਦੇ ਅੱਗੇ ਬੈਠ ਕੇ ਜਿਹੜਾ ਉਹ ਕੰਮ ਕਰ ਰਹੇ ਨੇ, ਤਾਂ ਕਿ ਪੰਜਾਬ ਦਾ ਯੂਥ ਬਦਲਾਵ ਲੈ ਕੇ ਆਏ। ਇਸੇ ਕਰਕੇ ਮਨਦੀਪ ਨੇ ਕਦੀ ਸ਼ਹਿਰ ਨਹੀਂ ਚੁਣਿਆ। ਅੱਜ ਵੀ ਜੇ ਮੈਂ ਚਾਹੁੰਦੀ ਤੇ ਮੈਂ ਅੰਮ੍ਰਿਤਸਰ ਆਪਣਾ ਆਫਿਸ ਖੋਲ ਸਕਦੀ ਹਾਂ, ਮੈਂ ਆਫਿਸ ਨੂੰ ਚੰਡੀਗੜ੍ਹ ਲੈ ਕੇ ਜਾ ਸਕਦੀ ਹਾਂ, ਦਿੱਲੀ ਲੈ ਕੇ ਜਾ ਸਕਦੀ, ਬੈਂਗਲੋਰ ਲੈ ਕੇ ਜਾ ਸਕਦੀ, ਤੇ ਆਪਣੀ ਕੰਪਨੀ ਵੇਚ ਕੇ ਅੱਛੀ ਕਮਾਈ ਕਰ ਸਕਦੀ ਹਾਂ। ਕਿਸੇ ਨੂੰ ਮੈਂ ਸੈਲ ਕਰਦਾ ਆਪਣਾ ਬਿਜ਼ਨਸ, ਰਾਈਟ, ਜਿਹੜਾ ਕਿ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਆ ਕਰੰਟਲੀ। ਬਟ ਇੱਕ ਉਦਾਹਰਣ ਬਣਨ ਲਈ, ਯੂਥ ਲਈ ਇਨਸਪੀਰੇਸ਼ਨ ਬਣਨ ਲਈ, ਕਿ ਬਿਲਕੁਲ ਪਿੰਡ ਦੇ ਵਿੱਚ ਰਹਿ ਕੇ ਵੀ ਤੁਸੀਂ ਜਿਹੜਾ ਵਾ ਜਗਮਗ ਕਰ ਸਕਦੇ ਹੋ, ਤੁਸੀਂ ਜਿਹੜਾ ਵਾ ਕਰ ਸਕਦੇ ਹੋ ਕੰਮ। ਤੇ ਮੈਨੂੰ ਖੁਸ਼ੀ ਹੁੰਦੀ ਜਦੋਂ ਮੈਂ ਯੂਥ ਨੂੰ ਦੇਖਦੀ ਹਾਂ ਕਿ ਵੈਨਸ ਦੇ ਵਿੱਚ ਕੁਛ ਨਾ ਕੁਛ ਕਰ ਰਹੇ ਨੇ, ਯੂਥ ਡਿਫਰੈਂਟ ਸਟੋਰਸ ਖੋਲ ਰਹੇ ਨੇ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ। ਉਹਨਾਂ ਨੇ ਗਰੋਸਰੀ ਸਟੋਰ ਖੋਲੇ ਜਿੱਦਾਂ ਦੇ ਕੈਨੇਡਾ US 'ਚ ਹੁੰਦੇ ਨੇ। ਸੋ ਯੂਥ ਵੀ ਜਿਹੜਾ ਮਿਹਨਤ ਕਰ ਰਿਹਾ, ਬਦਲਾਵ ਲੈ ਕੇ ਆ ਰਿਹਾ। ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਐਸੇ ਯੂਥ ਨੂੰ ਤੁਸੀਂ ਐਨਕਰੇਜ ਕਰੋ, ਉਹਨਾਂ ਨੂੰ ਜਿਹੜੀ ਉਹਨਾਂ ਤੋਂ ਤੁਸੀਂ ਖਰੀਦਦਾਰੀ ਕਰੋ। ਜੇ ਕੋਈ NRI ਹੈ, ਸਮਝੋ ਕਿ ਕੋਈ ਫੁਲਕਾਰੀ ਬਣਾ ਰਿਹਾ, ਠੀਕ ਆ, ਕੋਈ ਕੁਛ ਬਣਾ ਰਿਹਾ, ਤੁਸੀਂ ਉਹਨਾਂ ਨੂੰ ਪ੍ਰੈਫਰ ਕਰੋ, ਉਹਨਾਂ ਦੀਆਂ ਚੀਜ਼ਾਂ ਆਪਣੇ ਸਟੋਰਸ 'ਚ ਕੈਨੇਡਾ US 'ਚ ਰੱਖੋ। ਜੇ ਮੇਰੀ IT ਸਰਵਿਸਿਜ਼ ਕੰਪਨੀ ਹੈ, ਤੁਸੀਂ ਸਾਨੂੰ ਕੰਮ ਦਿਓ, ਠੀਕ ਹੈ। ਸੋ ਦੋਨੋਂ ਪਾਸੇ ਜਿਹੜੀ ਆ ਉਹ ਇਹ ਚੀਜ਼ ਚੱਲੇਗੀ, ਤੇ ਤੁਸੀਂ ਜਿਹੜਾ ਮੈਂ ਬ੍ਰਿਜ ਬਣਾਉਣ ਲਈ ਕਹਿ ਰਹੀ ਹਾਂ ਆਪਣੇ ਆਪ ਬਣ ਜਾਏਗਾ, ਰਾਈਟ। ਸੋ ਇਹੀ ਮੈਂ ਸ਼ੁਰੂ 'ਚ ਕਿਹਾ ਕਿ ਜੇ ਸਾਡੀ ਕਮਿਊਨਿਟੀ ਬਾਹਰ ਨਾ ਹੋਵੇ ਤੇ ਸ਼ਾਇਦ ਸਾਨੂੰ ਵੀ ਬਿਜ਼ਨਸ ਕਰਨਾ ਔਖਾ ਹੋ ਜਾਏ, ਰਾਈਟ। ਸੋ ਇਸ ਕਰਕੇ ਮੈਂ ਵੀ ਡਿਫਰੈਂਟ ਕੰਟਰੀਜ਼ ਟਰੈਵਲ ਕਰਦੀ ਰਹਿੰਦੀ ਹਾਂ, US ਗਈ, ਮੈਂ ਦੁਬਈ ਜਾਈ, ਹਨਾ। ਸੋ ਮੈਂ ਜਾਂਦੀ ਰਹਿੰਦੀ ਇਸੇ ਕਰਕੇ ਕਿ ਬ੍ਰਿਜ ਬਣਦੇ ਰਹਿਣ। ਸੋ ਪੰਜਾਬੀ ਜਿਹੜੇ ਉਹ ਪੂਰੇ ਵਰਲਡ 'ਚ ਗਲੋਬਲ ਹੋਣ ਡੈਫੀਨੇਟਲੀ, ਪਰ ਜਿਹੜੀਆਂ ਜੜ੍ਹਾਂ, ਜਿੱਥੇ ਸਾਡਾ ਪਿੰਡ ਸੀ, ਜਿੱਥੇ ਸਾਡੇ ਸ਼ਹਿਰ ਨੇ, ਜਿਹੜਾ ਸਾਡੇ ਦਾਦਾ ਦਾਦੀ ਦਾ ਘਰ ਆ, ਉੱਥੇ ਫੈਂਟੈਸਟਿਕ ਕੋਠੀਆਂ ਬਣਨੀਆਂ ਜ਼ਰੂਰੀ ਨੇ, ਉੱਥੇ ਫੈਂਟੈਸਟਿਕ ਬਿਜ਼ਨਸ ਖੁੱਲਣੇ ਜ਼ਰੂਰੀ ਨੇ, ਤੇ ਤੁਹਾਡਾ ਆਉਣਾ ਜਾਣਾ ਲੱਗਾ ਰਹਿਣਾ ਜ਼ਰੂਰੀ ਆ। ਸਿਰਫ ਆਪਾਂ ਮੱਥਾ ਟੇਕਣ ਨਹੀਂ ਆਣਾ ਗੁਰਦੁਆਰੇ ਦਰਬਾਰ ਸਾਹਿਬ, ਅਸੀਂ ਆਪਣੇ ਪਿੰਡਾਂ ਨੂੰ, ਆਪਣੇ ਮੰਮੀ ਪਾਪਾ ਦੇ ਜਗ੍ਹਾ ਨੂੰ ਵੀ ਮਤਲਬ ਕਿ ਇੱਕ ਗੁਰਦੁਆਰੇ ਵਾਂਗ ਰੱਖਣਾ, ਕਿਉਂਕਿ ਉਹਨਾਂ ਨੇ ਸਾਨੂੰ ਜਿਹੜਾ ਉਹ ਬਣਾਇਆ, ਠੀਕ ਹੈ। ਸੋ ਮੈਨੂੰ ਪਤਾ ਕਿ ਹਰ ਦੁਨੀਆ ਦਾ ਪੰਜਾਬੀ ਜਿਹੜਾ ਵਾ ਉਹ ਪੰਜਾਬ ਆਉਂਦਾ,
ਪਰ ਹੁਣ ਅਸੀਂ ਸਿਰਫ ਪੰਜਾਬ ਜਿਹੜਾ ਵਾ ਉਹ ਆਪਣਾ ਟੂਰਿਸਟ ਡੈਸਟੀਨੇਸ਼ਨ ਕਰਕੇ ਨਹੀਂ ਆਣਾ, ਆਪਣੀਆਂ ਭਾਵਨਾਵਾਂ ਆਪਣੀ ਮਰਜ਼ੀ ਕਰਕੇ ਨਹੀਂ ਆਣਾ, ਸਾਨੂੰ ਆਪਣੇ ਪਿੰਡਾਂ ਨਾਲ ਜੁੜਨ ਦੀ ਬੜੀ ਲੋੜ ਆ। ਤੁਸੀਂ ਪਿੰਡਾਂ ਨਾਲ ਜੁੜੇ ਔਰ ਇੱਕ ਨਵਾਂ ਆਈਡੀਆ ਤੁਹਾਡਾ ਜਗਮਗ ਕੀਤਾ ਜਿਸ ਕਨਸੈਪਟ ਨੇ, ਔਰ ਤੁਹਾਨੂੰ ਪ੍ਰਾਈਮ ਮਿਨਿਸਟਰ ਗੈਸਟ ਲਿਸਟ ਦੇ ਵਿੱਚ ਤੁਹਾਨੂੰ ਇਨਵਾਈਟ ਕੀਤਾ ਗਿਆ। ਹਾਊ ਵਾਸ ਦ ਫੀਲਿੰਗ? ਸਾਡੇ ਲਈ ਵੀ ਇੱਕ ਬਹੁਤ ਪ੍ਰਾਊਡ ਮੂਮੈਂਟ ਸੀ ਕਿ ਸਾਡੇ ਪੰਜਾਬ ਤੋਂ ਮਨਦੀਪ ਕੌਰ ਉੱਥੇ ਪ੍ਰਾਈਮ ਮਿਨਿਸਟਰ, ਦੇਸ਼ ਦੇ ਸਭ ਤੋਂ ਵੱਡੀ, ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਪ੍ਰਧਾਨ ਮੰਤਰੀ ਦੀ ਗੈਸਟ ਲਿਸਟ ਦੇ ਵਿੱਚ ਸੀ। ਤੁਸੀਂ ਉੱਥੇ ਇੱਕ ਸਿੱਖ ਡੈਲੀਗੇਸ਼ਨ ਦੇ ਵਿੱਚੋਂ ਇੱਕ ਮੈਂਬਰ ਸੀਗੇ ਗਏ, ਔਰ ਮੈਨੂੰ ਲੱਗਦਾ ਤੁਸੀਂ ਓਨਲੀ ਵਿਮਨ ਸੀਗੇ। ਹਾਊ ਵਾਸ ਦ ਐਕਸਪੀਰੀਅੰਸ ਵਿਦ ਪ੍ਰਾਈਮ ਮਿਨਿਸਟਰ? ਹਾਊ ਵਾਸ ਦ ਐਕਸਪੀਰੀਅੰਸ ਜਦੋਂ ਤੁਸੀਂ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਮਿਲੇ? ਕਿੱਦਾਂ ਲੱਗਿਆ ਤੁਹਾਨੂੰ? ਇੱਕ ਕਿੱਸਾ ਛੋਟਾ ਜਿਹਾ ਤੁਹਾਨੂੰ ਸੁਣਾਨੀ, ਜਿਹੜਾ ਮੈਂ ਇਸ ਤੋਂ ਪਹਿਲਾਂ ਕਦੀ ਸ਼ੇਅਰ ਨਹੀਂ ਕੀਤਾ। ਇੱਕ ਜਿਹੜੇ ਉੱਥੇ ਆਰਗੇਨਾਈਜ਼ਰ ਹੈਗੇ ਸੀ, ਉਹ ਮੇਰੇ ਮਾਈਂਡ 'ਚ ਚੱਲੀ ਜਾ ਰਹੇ ਸੀ, ਤੇ ਮੈਨੂੰ ਲੱਗਾ ਕਿ ਇਹਨਾਂ ਨੇ ਸ਼ਾਇਦ ਮੈਨੂੰ ਉੱਥੇ ਗੈਸਟ ਲਿਸਟ ਐਡ ਕਰਵਾਇਆ ਜਾਂ ਮੈਨੂੰ ਬੁਲਾਇਆ, ਰਾਈਟ? ਤੇ ਹਾਲਾਂਕਿ ਉਹ ਵੀ ਮੈਨੂੰ ਡਾਇਰੈਕਟਲੀ ਬਿਲਕੁਲ ਨਹੀਂ ਸੀ ਜਾਣਦੇ, ਮੈਂ ਕਦੀ ਪਹਿਲਾਂ ਗੱਲ ਨਹੀਂ ਕੀਤੀ। ਸੋ ਮੇਰੇ ਮਨ 'ਚ ਹਮੇਸ਼ਾ ਇਹ ਚੱਲਦਾ ਰਹਿੰਦਾ ਸੀ ਕਿ ਮੈਂ ਉੱਥੇ ਪਹੁੰਚੀ ਕਿਵੇਂ, ਕਿ ਮੈਨੂੰ ਉਹ ਲਿਸਟ 'ਚ ਮੈਂ ਆਈ ਕਿਵੇਂ। ਸੋ ਬਾਅਦ 'ਚ ਜਦੋਂ ਮੈਂ ਜਿਹੜੇ ਬੰਦੇ ਮੇਰੇ ਮਾਈਂਡ 'ਚ ਹੈਗੇ ਸੀ ਕਿ ਇਹਨਾਂ ਨੇ ਸ਼ਾਇਦ ਮੈਨੂੰ ਰੈਫਰ ਕੀਤਾ, ਜਦੋਂ ਮੈਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਤੈਨੂੰ ਰੈਫਰ ਨਹੀਂ ਕੀਤਾ, ਉਲਟਾ ਸਾਨੂੰ ਲੱਗ ਰਿਹਾ ਕਿ ਤੂੰ ਸਾਨੂੰ ਰੈਫਰ ਕੀਤਾ ਹੈ, ਰਾਈਟ? ਸੋ ਆਈ ਐਮ ਸੋ ਹੈਪੀ, ਕਿਉਂਕਿ ਅਸੀਂ ਪੰਜਾਬ 'ਚ ਬੈਠੇ ਹਾਂ ਤੇ ਜਦੋਂ ਅਸੀਂ ਪ੍ਰਾਈਮ ਮਿਨਿਸਟਰ ਦੀ ਗੱਲ ਕਰਦੇ, ਬੜੀ ਨੈਗੇਟਿਵ ਇਮੇਜ ਬਣੀ ਹੋਈ ਹੈ ਨਾ, ਬਹੁਤ ਹੀ ਨੈਗੇਟਿਵ ਇਮੇਜ ਬਣੀ। ਜਾਣ ਤੋਂ ਪਹਿਲਾਂ ਵੀ ਮੈਂ 100 ਵਾਰੀ ਸੋਚ ਰਹੀ ਸੀ ਕਿ ਮੈਂ ਜਾਵਾਂ ਕਿ ਨਾ। ਸੋ ਅਹੁਦਾ ਹੀ ਹੁੰਦਾ ਹੈ ਉੱਥੇ, ਬੰਦਾ ਕੌਣ ਆ, ਬੰਦੇ ਦਾ ਨਾਮ ਆ, ਇੱਕ ਡਿਫਰੈਂਟ ਚੀਜ਼ ਆ। ਪਰ ਮੇਰਾ ਜਿਹੜਾ ਉੱਥੇ ਐਕਸਪੀਰੀਅੰਸ ਸੀ, ਉਹ ਟੋਟਲੀ ਇੱਕ ਅਨਬਾਇਸਡ ਐਕਸਪੀਰੀਅੰਸ ਸੀ। ਤੇ ਮੈਂ ਤੇ ਕਵਾਂਗੀ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਇਹੋ ਜਿਹਾ ਇਨਵੀਟੇਸ਼ਨ ਜਦੋਂ ਆਉਂਦਾ ਹੈ, ਜਿਹੜਾ ਕਿ ਬਹੁਤ ਲੋਕਾਂ ਨੇ ਵਿਰੋਧ ਵੀ ਕੀਤਾ, ਸਾਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਹੁਦੇ ਦੀ ਰਿਸਪੈਕਟ ਕਰਦੇ ਹੋਏ ਉੱਥੇ ਜਾਣਾ ਚਾਹੀਦਾ ਹੈ, ਕਿਉਂਕਿ ਉੱਥੋਂ ਦਾ ਐਕਸਪੀਰੀਅੰਸ ਜਿਹੜਾ ਐਬਸੋਲੂਟਲੀ ਡਿਫਰੈਂਟ, ਰਾਈਟ? ਉੱਥੇ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਹੀ ਮਿਲ ਰਹੇ ਹੋ, ਤੁਸੀਂ ਕਿਸੇ ਬੀਜੇਪੀ ਲੀਡਰ ਨੂੰ ਨਹੀਂ ਮਿਲ ਰਹੇ, ਕੋਈ ਇਦਾਂ ਦੀ ਉੱਥੇ ਚੀਜ਼ ਨਹੀਂ। ਤੁਸੀਂ ਇੱਕ ਐਕਚੁਅਲ 'ਚ ਜਿਹੜਾ ਕੰਟਰੀ ਦਾ ਪ੍ਰਾਈਮ ਮਿਨਿਸਟਰ ਹੁੰਦਾ ਹੈ, ਉਹਦਾ ਘਰ ਕਿੱਦਾਂ ਦਾ ਹੁੰਦਾ ਹੈ, ਉਹਦੇ ਆਲੇ ਦੁਆਲੇ ਕੀ ਹੋ ਰਿਹਾ ਹੈ, ਕਿੱਦਾਂ ਦੇ ਲੋਕ ਉਹਨੂੰ ਮਿਲ ਰਹੇ ਨੇ, ਤੁਹਾਨੂੰ ਕਿੰਨੀ ਲਰਨਿੰਗ ਹੋ ਜਾਂਦੀ। ਦੁਨੀਆ ਦੇ ਬਿਹਤਰੀਨ ਲੋਕ ਜਿਹੜੇ ਆ ਉਹ ਉਹਦੇ ਵਿੱਚ ਹੈਗੇ ਸੀ। ਵਰਲਡ ਬੈਂਕ ਤੋਂ ਸਿੱਖ ਸੀ, ਸੋਨੀ ਟੀਵੀ ਦੇ ਸੀਈਓ ਸੀ, ਕੋਟਕ ਮਹਿੰਦਰਾ ਦੇ ਐਚਆਰ ਹੈਡ ਸੀ, ਗੋ 에ਅਰ ਦੇ ਐਚਆਰ ਹੈਡ ਸੀ। ਸੋ ਇਸ ਤਰ੍ਹਾਂ ਦੁਨੀਆ ਦੇ ਬਿਹਤਰੀਨ ਜਿਹੜੇ ਕਿ ਦੂਸਰੇ ਕੰਟਰੀਜ਼ ਤੋਂ ਵੀ ਟਰੈਵਲ ਹੋ ਕੇ ਉੱਥੇ ਆਏ। ਸੋ ਮੇਰਾ ਜਿਹੜਾ ਐਕਸਪੀਰੀਅੰਸ ਸੀ ਉਹ ਬਹੁਤ ਹੀ ਅੱਛਾ। ਓਨਲੀ ਵੂਮਨ ਤੇ ਮੈਨੂੰ ਨਹੀਂ ਪਤਾ, ਬਟ ਸਭ ਤੋਂ ਘੱਟ ਏਜ ਵਾਲਿਆਂ ਚੋਂ ਮੈਂ ਮੇਬੀ ਜ਼ਰੂਰ ਹੋਵਾਂ, ਤੇ ਆਪਣੇ ਪਿੰਡ ਦੀ ਪਹਿਲੀ ਕੁੜੀ ਜ਼ਰੂਰ ਹੋਵਾਂਗੀ ਕਿ ਜਿਹੜੀ ਪ੍ਰਾਈਮ ਮਿਨਿਸਟਰ ਨੇ ਜਿਹਨੂੰ ਆਪਣੇ ਰੈਜ਼ੀਡੈਂਸ 'ਚ ਬੁਲਾਇਆ। ਤੇ ਮੈਨੂੰ ਮੇਰਾ ਜਿਹੜਾ ਐਕਸਪੀਰੀਅੰਸ ਆ ਉਹ ਬਹੁਤ ਅੱਛਾ ਰਿਹਾ, ਤੇ ਮੈਨੂੰ ਇਹ ਵੀ ਇਸ ਗੱਲ ਦੀ ਖੁਸ਼ੀ ਆ ਕਿ ਸਾਡਾ ਜਿਹੜਾ ਕੰਮ ਆ ਉਹ ਟੋਟਲੀ ਇੱਕ ਅਨਬਾਇਸਡ ਤਰੀਕੇ ਨਾਲ ਅੱਗੇ ਆਇਆ, ਪ੍ਰਾਈਮ ਮਿਨਿਸਟਰ ਤੱਕ ਗਿਆ ਹੈ। ਸਾਡੇ ਕੋਈ ਮੀਡੀਏਟਰ ਨਹੀਂ ਸੀ, ਤੇ ਅਸੀਂ ਕਿਸੇ ਕਿਸੇ ਤੇ ਪੌੜੀ ਤੇ ਪੈਰ ਰੱਖ ਕੇ ਉੱਪਰ ਨਹੀਂ ਚੜੇ, ਸਿੱਧਾ ਸਾਨੂੰ ਜਿਹੜਾ ਬੁਲਾਇਆ ਗਿਆ। ਤੇ ਮੈਨੂੰ ਉਦੋਂ ਫਿਰ ਤੁਹਾਨੂੰ ਫੀਲ ਹੁੰਦਾ ਹੈ ਕਿ ਤੁਹਾਡੇ ਕੰਮ ਦੀ ਕਦਰ ਹੋਈ ਹੈ। ਸੋ ਕੰਮ ਦੀ ਕਦਰ ਕੀਤੀ ਪ੍ਰਾਈਮ ਮਿਨਿਸਟਰ ਨੇ, ਤੇ ਆਈ ਐਮ ਵੈਰੀ ਹੈਪੀ, ਮਾਈ ਟੀਮ ਇਜ਼ ਵੈਰੀ ਹੈਪੀ। ਤੁਸੀਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਜਦੋਂ ਮਿਲੇ ਤਾਂ ਤੁਹਾਨੂੰ ਦਿਮਾਗ 'ਚ ਕੀ ਆਇਆ? ਕਿਉਂਕਿ ਤੁਸੀਂ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਇਮੇਜ ਹੈ ਉਹਦੇ ਤੇ ਹਜੇ ਬੇਭਰੋਸਗੀ ਹੈਗੀ ਆ। ਸੋ ਤੁਹਾਡੇ ਦਿਮਾਗ 'ਚ ਕੀ ਆਇਆ? ਤੁਹਾਡੇ ਦਿਮਾਗ 'ਚ ਉਹ ਇਮੇਜ ਬ੍ਰੇਕ ਹੋ ਪਾਈ ਕਿ ਹਾਂ ਇਹ ਭਰੋਸੇ ਲਾਇਕ ਪਰਸਨ ਹੈਗੇ ਆ, ਜਾਂ ਉਹਨਾਂ ਨੇ ਤੁਹਾਨੂੰ ਟਰੂਲੀ ਮੋਟੀਵੇਟ ਕੀਤਾ? ਕੀ ਤੁਹਾਡੇ ਕੋਲ ਆਇਆ? ਇੱਕ ਤਾਂ ਆਪਣੇ ਦਿਮਾਗ 'ਚ ਆਲਰੇਡੀ ਸਰਟਨਲੀ ਇੱਕ ਰਿਸਪੈਕਟ ਹੈਗੀ ਆ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੇ ਲਈ, ਪਰ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ, ਕੁਆਇਟ ਅ ਮਿੰਟ ਸੀ ਸਪੈਂਡ ਵਿਦ ਯੂ। ਸੋ ਉਹਦੇ ਵਿੱਚ ਕੀ ਤੁਹਾਡੀ ਉਹ ਇਮੇਜ ਬ੍ਰੇਕ ਹੋ ਪਾਈ, ਉਹ ਨੋਸ਼ਨ ਬ੍ਰੇਕ ਹੋ ਪਾਈ ਕਿ ਨਹੀਂ, ਪ੍ਰਧਾਨ ਮੰਤਰੀ ਮੋਦੀ ਦੇ ਵਿੱਚ ਇਹ ਚੀਜ਼ ਜਿਹੜੀ ਸੀ ਮੈਨੂੰ ਬਹੁਤ ਵਧੀਆ ਲੱਗੀ? ਮੇਰੀ ਤੇ ਜੋ ਨੈਗੇਟਿਵ ਜਿਹੜਾ ਮੇਰਾ ਦਿਮਾਗ ਸੀ, ਉਹ ਵਾਕਈ ਉਹ ਚੀਜ਼ ਜਿਹੜੀ ਬ੍ਰੇਕ ਹੋਈ। ਮੈਂ ਬਹੁਤ ਜਾਣਿਆਂ ਨਾਲ ਆਪਣਾ ਐਕਸਪੀਰੀਅੰਸ ਜਿਹੜਾ ਉਹ ਸ਼ੇਅਰ ਕੀਤਾ, ਬਿਕਾਜ਼ ਉਹੀ ਗੱਲ ਕਿ ਉਦੋਂ ਤੁਸੀਂ ਬੀਜੇਪੀ ਤੇ ਨਰਿੰਦਰ ਮੋਦੀ ਨਹੀਂ ਦੇਖ ਰਹੇ, ਉਦੋਂ ਤੁਸੀਂ ਇੱਕ ਪ੍ਰਾਈਮ ਮਿਨਿਸਟਰ ਨੂੰ ਮਿਲ ਰਹੇ ਨੇ, ਤੇ ਪ੍ਰਾਈਮ ਮਿਨਿਸਟਰ ਨੂੰ ਵੀ ਪ੍ਰਾਈਮ ਮਿਨਿਸਟਰ ਬਾਰੇ ਪ੍ਰੋਟੋਕਾਲ 'ਚ ਹੀ ਰਹਿ ਕੇ ਮਿਲਣਾ ਪੈਂਦਾ ਸਾਰਿਆਂ ਨੂੰ। ਉਹੀ ਹੀ ਇਜ਼ ਉਸ ਭਾਵੇਂ ਚੀਫ ਮਿਨਿਸਟਰ ਦੀ ਗੱਲ ਕਰ ਲਓ, ਤੇ ਜਦੋਂ ਇੱਕ ਫਿਲਮ ਵਿੱਚ ਰੋਲ ਹੁੰਦਾ ਹੈ ਕਿ ਉਦੋਂ ਉਹੀ ਆ, ਠੀਕ ਹੈ ਨਾ, ਉਦੋਂ ਫਿਰ ਕੁਝ
ਹੋਰ ਨਹੀਂ। ਸੋ ਡੈਫੀਨੇਟਲੀ ਨਹੀਂ, ਮੈਂ ਨੈਗੇਟਿਵ ਸੀ, ਉੱਥੇ ਜਾ ਕੇ ਬਹੁਤ ਮੇਰਾ ਜਿਹੜਾ ਮਾਈਂਡ ਜਿਹੜਾ ਉਹ ਬਦਲਿਆ। ਐਂਡ ਸਭ ਤੋਂ ਅੱਛੀ ਮੈਨੂੰ ਗੱਲ ਲੱਗੀ ਕਿ ਆਈ ਫਾਊਂਡ ਹਿਮ ਐਨ ਅਟੈਂਟਿਵ ਲੀਡਰ। ਮੈਂ ਆਪਣੀ ਗੱਲ ਦੱਸੀ 1 ਮਿੰਟ ਵਿੱਚ ਮੈਂ ਬੋਲਿਆ ਹੋਣਾ, ਰਾਈਟ, ਐਂਡ ਹੀ ਸੈਡ ਕਿ ਤੁਸੀਂ ਇਹਨੂੰ ਰਿਪੀਟ ਕਰੋ, ਆਪਣੀ ਗੱਲ ਦੁਬਾਰਾ ਦੱਸੋ, ਹਨਾ। ਸੋ ਕਿਸੇ ਨੇ ਤੁਹਾਡੇ 'ਚ ਇੰਨੀ ਜ਼ਿਆਦਾ ਭੀੜ 'ਚ, ਇੰਨੀ ਜ਼ਿਆਦਾ ਜਲਦਬਾਜ਼ੀ ਦੇ ਵਿੱਚ ਤੁਹਾਨੂੰ ਇਹ ਕਹਿ ਦੇ ਕਿ ਤੁਸੀਂ ਆਪਣੀ ਗੱਲ ਦੁਬਾਰਾ ਦੱਸੋ, ਭਾਵੇਂ ਉਸ ਤੋਂ ਬਾਅਦ ਕੁਛ ਨਹੀਂ ਹੋਇਆ, ਉਸ ਤੋਂ ਬਾਅਦ ਮੈਂ ਵੀ ਨਹੀਂ ਰੀਚ ਕੀਤਾ, ਹਨਾ, ਬਟ ਤੁਸੀਂ ਅਟੈਂਟਿਵਲੀ ਜਿਹੜਾ ਵਾ ਗੱਲ ਸੁਣਨਾ ਚਾਹੁੰਦੇ ਸੀ ਤੇ ਉਹਨੂੰ ਰਿਪੀਟ ਕਰਨ ਲਈ ਵੀ ਕਿਹਾ, ਤੇ ਮੈਨੂੰ ਅੱਛਾ ਲੱਗਾ ਕਿ ਹਾਂ, ਜਿਹੜੇ ਮੇਰੇ 2-3 ਮਿੰਟ ਸੀ ਉਹ ਬਹੁਤ ਅੱਛੇ ਸੀ, ਕਿ ਮੇਰੇ ਲਈ ਤੇ ਇੱਕ ਲਾਈਫ ਟਾਈਮ ਯਾਦਗਾਰ ਹੋ ਗਈ, ਮੇਰੀ ਤੇ ਇੱਕ ਲਾਈਫ ਟਾਈਮ ਯਾਦਗਾਰ ਹੋ ਗਈ। ਜਦੋਂ ਮੈਂ ਫਸਟ ਟਾਈਮ TEDx 'ਚ ਬੋਲਿਆ, ਤੇ ਹੁਣ ਵਨਸ ਅ TEDx ਸਪੀਕਰ ਇਜ਼ ਆਲਵੇਜ਼ ਅ TEDx ਸਪੀਕਰ, ਰਾਈਟ, ਉਹ ਮੇਰੇ ਲਾਈਫ ਦੇ ਵਿੱਚ ਇੱਕ ਟੈਗ ਐਡ ਹੋ ਗਿਆ। ਸੋ ਵਨਸ ਆਈ ਮੈਟ ਅ ਪ੍ਰਾਈਮ ਮਿਨਿਸਟਰ ਇਜ਼ ਲਾਈਕ it's a forever tag with me, ਠੀਕ ਹੈ। ਸੋ ਆਈ ਰੀਅਲੀ ਫੀਲ ਪ੍ਰਾਊਡ ਆਫ ਇਟ। ਹਾਂ, ਬਿਲਕੁਲ। ਤੁਸੀਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮਿਲੇ ਔਰ ਤੁਹਾਨੂੰ ਉਹਨਾਂ ਦੀ ਜਿਹੜੀ ਇੰਟੈਂਸ਼ਨ ਸੀਗੀ ਪੰਜਾਬ ਪ੍ਰਤੀ ਉਹ ਕਿਵੇਂ ਲੱਗੀ? ਕਿਉਂਕਿ ਉਹਨਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਸਿੱਖਾਂ ਪ੍ਰਤੀ, ਸਿੱਖ ਡੈਲੀਗੇਸ਼ਨਸ ਨੂੰ ਮਿਲਣਾ, ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨੀ, ਇੱਦਾਂ ਜਾਪਦਾ ਹੈ, ਇੱਦਾਂ ਲੱਗਦਾ ਹੈ ਕਿ ਉਹ ਕਾਫੀ ਚੀਜ਼ਾਂ ਨੂੰ ਫਿਕਸ ਕਰਨਾ ਚਾਹੁੰਦੇ ਆ, ਸ਼ਾਇਦ ਉਹ ਆਪਣੀ ਇਮੇਜ ਨੂੰ ਵੀ ਸਹੀ ਕਰਨਾ ਚਾਹੁੰਦੇ ਆ। ਕਿਵੇਂ ਦੇਖਦੇ ਹੋ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੀਆਂ ਉਹਨਾਂ ਕੋਸ਼ਿਸ਼ਾਂ ਨੂੰ? ਕਿਵੇਂ ਦੀਆਂ ਗੱਲਾਂ ਬਾਤਾਂ, ਉਹ ਕੀ ਮਾਹੌਲ ਸੀ ਉਸ ਮੀਟਿੰਗ ਦਾ ਜਿਹਦੇ ਵਿੱਚ ਅਦਰ ਸਿੱਖ ਡੈਲੀਗੇਟਸ, ਹੋਰ ਸੰਤ ਸਮਾਜ ਦੇ ਲੋਕ ਵੀ ਤੁਹਾਡੇ ਨਾਲ ਮੌਜੂਦ ਸੀਗੇ? ਕਿੰਨੀ ਕੁ ਸੀਰੀਅਸਨੈਸ ਸੀਗੀ ਉੱਥੇ? ਸੀ ਮੈਨੂੰ ਇਹ ਜੱਜ ਕਰਨਾ ਨਹੀਂ ਆਉਂਦਾ, ਸੋ ਮੈਂ ਜ਼ਿਆਦਾ ਜਜਮੈਂਟਲ ਮੈਂ ਆਨਸਰ ਨਹੀਂ ਕਰ ਸਕਦੀ ਕੁਐਸਚਨ, ਬਟ ਯੈਸ, ਮੈਂ ਇਹ ਜ਼ਰੂਰ ਕਹਿ ਸਕਦੀ ਹਾਂ ਕਿ ਜਿਹੜੀ ਵੀ ਡੈਲੀਗੇਟਸ ਨੂੰ ਉੱਥੇ ਬੋਲਣ ਦਾ ਮੌਕਾ ਮਿਲਿਆ, ਉਹਨਾਂ ਨੇ ਬਹੁਤ ਅੱਛੇ ਪੁਆਇੰਟ ਰੱਖੇ, ਤੇ ਹਰ ਤਰ੍ਹਾਂ ਦੇ ਪੁਆਇੰਟ ਰੱਖੇ। ਕਿਸਾਨਾਂ ਦਾ ਮੁੱਦਾ ਵੀ ਰੱਖਿਆ, ਕੋਈ ਸੜਕ ਚਾਹੀਦੀ ਆ, ਕੋਈ ਕੁਛ ਜੋ ਵੀ ਇਨਵਾਇਰਮੈਂਟ ਆ। ਸੋ ਮੈਨੂੰ ਇਹ ਲੱਗਾ ਕਿ ਹਾਂ, ਸਾਰੇ ਇੱਕ ਅੱਛੀ ਤਿਆਰੀ 'ਚ ਆਏ ਸੀ, ਤੇ ਉਹਨਾਂ ਨੇ ਜ਼ਰੂਰ ਪ੍ਰਾਈਮ ਮਿਨਿਸਟਰ ਨੂੰ ਵਧੀਆ ਪੁਆਇੰਟਸ ਜਿਹੜੇ ਉਹ ਕਰਵਾ ਦਿੱਤੇ ਹੋਣਗੇ। ਬਾਕੀ ਪਾਰਟੀਜ਼ ਕੀ ਕਰ ਰਹੀਆਂ ਪੰਜਾਬ ਲਈ, ਧਿਆਨ ਹੈ ਨਹੀਂ ਹੈ, ਠੀਕ ਹੈ। ਸੋ ਸਾਨੂੰ ਸਰਕਾਰ ਤੋਂ ਪਹਿਲਾਂ ਸੰਸਕਾਰ ਠੀਕ ਕਰਨੇ ਪੈਣੇ, ਮੈਂ ਇਹ 'ਚ ਬਿਲੀਵ ਕਰਦੀ। ਸੋ ਅਸੀਂ ਆਪਣੇ ਆਪ ਨੂੰ ਠੀਕ ਕਰੀਏ ਪਹਿਲਾਂ, ਅਸੀਂ ਆਪਣਾ ਕੂੜਾ ਬਾਹਰ ਸੁੱਟਣਾ ਬੰਦ ਕਰੀਏ। ਅਸੀਂ ਕੀ ਲੈਣਾ ਸਾਰਿਆਂ ਤੋਂ, ਉਹ ਵੀ ਹੌਲੀ ਸਾਥ ਦੇਣ ਲੱਗ ਜਾਣਗੇ। ਸੋ ਸਾਨੂੰ ਹਜੇ ਖੁਦ ਦਾ ਸੁਧਾਰ ਕਰਨ ਦੀ ਬਹੁਤ ਜ਼ਰੂਰਤ ਹੈ। ਤੁਸੀਂ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮਿਲੇ ਔਰ ਤੁਸੀਂ ਕਿਹਾ ਕਿ ਪੰਜਾਬ 'ਚ ਵੀ ਕਈ ਲੋਕਾਂ ਨੇ ਤੁਹਾਡਾ ਵਿਰੋਧ ਕੀਤਾ, ਉਹਨਾਂ ਦਾ ਉਹ ਵਿਰੋਧ ਦੇ ਪਿਛਲਾ ਤਰਕ ਜਿਹੜਾ ਉਹ ਕੋਈ ਖਾਸ ਜਾਇਜ਼ ਨਹੀਂ ਸੀਗਾ, ਪਰ ਉਸ ਵਿਰੋਧ ਨੇ ਲਾਜ਼ਮੀ ਜੀ ਗੱਲ ਹੈ ਕਿ ਤੁਹਾਡੀ ਮੈਂਟਲ ਹੈਲਥ ਤੇ ਥੋੜਾ ਜਿਹਾ, ਜਾਂ ਤੁਹਾਡੀ ਮੋਟੀਵੇਸ਼ਨ ਦੇ ਉੱਤੇ ਥੋੜਾ ਜਿਹਾ ਕੁਐਸਚਨ ਤਾਂ ਤੁਹਾਡੇ ਅੰਦਰ ਖੜੇ ਕੀਤੇ ਹੋਣੇ ਆ ਵੀ ਇਹ ਵਿਰੋਧ ਕਿਸ ਗੱਲ ਦਾ? ਕਿਉਂਕਿ ਤੁਸੀਂ ਗੈਸਟ ਲਿਸਟ ਤੇ ਇਨਵਾਈਟ ਕੀਤੇ ਗਏ ਸੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਵੱਲੋਂ, ਉਹਦੇ ਤੇ ਤੁਸੀਂ ਗਏ, ਆਪਣੀ ਮੁਲਾਕਾਤ ਕੀਤੀ, ਪੰਜਾਬ ਦੀਆਂ ਗੱਲਾਂ ਹੋਈਆਂ, ਤਾਂ ਉਸ ਵਿਰੋਧ ਨੇ ਤੁਹਾਨੂੰ ਕਿਵੇਂ ਅਫੈਕਟ ਕੀਤਾ? ਮਨਵੀਰ ਜੀ, ਮੈਂ ਤੇ ਇੰਨਾ ਵਿਰੋਧ ਆਲਰੇਡੀ ਚੱਲ ਚੁੱਕੀ ਹਾਂ ਕਿ ਹੁਣ ਮੈਨੂੰ ਵਿਰੋਧ ਦਾ ਫਰਕ ਹੀ ਨਹੀਂ ਪੈਂਦਾ। ਸੋ ਫਰਕ ਮੈਨੂੰ ਕੋਈ ਨਹੀਂ ਇੰਨਾ ਪਿਆ, ਬਟ ਮੈਂ ਉਹਦਾ ਜਵਾਬ ਦੇਣਾ ਚਾਹਨੀ ਆਪਣੇ ਤਰੀਕੇ ਨਾਲ ਕਿ ਹਰ ਇਨਸਾਨ 'ਚ ਤੇ ਹਰ ਸਿਚੁਏਸ਼ਨ 'ਚ ਪੋਜ਼ਿਟਿਵ ਨੈਗੇਟਿਵਸ ਹੁੰਦੇ ਨੇ, ਠੀਕ ਹੈ। ਸੋ ਜਿਹੜੇ ਉਹਨਾਂ ਦੇ ਨੈਗੇਟਿਵ ਪੱਖ ਆ, ਉਹਦਾ ਵਿਰੋਧ ਜਿਹੜਾ ਹੋਣਾ ਹੀ ਹੋਣਾ, ਠੀਕ ਹੈ। ਤੇ ਜਿਹੜੇ ਪੋਜ਼ਿਟਿਵ ਪੱਖ ਆ, ਉਹਨਾਂ ਦਾ ਮੈਂ ਪੋਜ਼ਿਟਿਵ ਵੇ ਨਾਲ ਪ੍ਰੈਜ਼ੈਂਟ ਕਰਤਾ, ਠੀਕ ਹੈ। ਸੋ ਇਹ ਕਸ਼ਮਕਸ਼ ਨਾ ਤੇ ਕਦੀ ਖਤਮ ਹੋ ਸਕਦੀ ਹੈ, ਚੱਲਦੀ ਰਹਿਣੀ ਹੈ, ਕਿਉਂਕਿ ਇੱਕ ਇਨਸਾਨ 'ਚ ਗੁਣ ਵੀ ਆ ਤੇ ਔਗੁਣ ਵੀ ਆ, ਉਹ ਭਾਵੇਂ ਅਸੀਂ ਖੁਦ ਆ, ਤੇ ਭਾਵੇਂ ਉਹ ਪ੍ਰਧਾਨ ਮੰਤਰੀ ਹੈ, ਤੇ ਭਾਵੇਂ ਵਿਰੋਧ ਕਰਨ ਵਾਲਾ, ਰਾਈਟ। ਸੋ ਇੱਕ ਬੰਦੇ 'ਚ ਸਪੋਜ਼ ਉਹਨੇ ਚੋਰੀ ਕਰ ਲਈ, ਤੇ ਸਾਰੇ ਪਿੰਡ ਨੇ ਕਹਿਤਾ ਕਿ ਇਹ ਗਲਤ ਆ, ਠੀਕ ਆ, ਸਾਰਾ ਪਿੰਡ ਦਾ ਵਿਰੋਧੀ ਹੋ ਗਿਆ, ਹਨਾ। ਤੇ ਜਦੋਂ ਉਸੇ ਬੰਦੇ ਨੇ ਕਿਸੇ ਨੂੰ ਕਿਡਨੀ ਡੋਨੇਟ ਕਰਤੀ, ਤੇ ਉਦੋਂ ਆਪਾਂ ਕਹਿਣਾ ਕਿ ਉਹ ਠੀਕ ਆ। ਸੋ ਇੱਕ ਬੰਦੇ 'ਚ ਜਿਹੜੇ ਆ ਉਹ ਨੈਗੇਟਿਵ ਪੁਆਇੰਟ ਵੀ ਹੋ ਸਕਦੇ ਆ, ਤੇ ਪੋਜ਼ਿਟਿਵ ਜਿਹੜੇ ਦੋਨੋਂ ਲਾਜ਼ਮੀ ਆ। ਸੋ ਜਿਹੜੇ ਵਿਰੋਧ ਕਰ ਰਹੇ ਆ ਉਹ ਵੀ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਕਰ ਰਹੇ, ਕਿਉਂਕਿ ਜਿਹੜਾ ਉਹਨਾਂ ਦੇ ਨੈਗੇਟਿਵ ਪੁਆਇੰਟ ਆ, ਉਹਦਾ ਵਿਰੋਧ ਜਿਹੜਾ ਵਾ ਉਹਦੇ ਵਿੱਚ ਹੁਣ ਮੈਂ ਵਿੱਚ ਆਈ ਜਾ ਰਹੀ ਹਾਂ। ਇਟ ਇਜ਼ ਓਕੇ, ਮੈਂ ਗੁੱਸਾ ਨਹੀਂ ਕਰਦੀ, ਮੈਂ ਮੇਰੇ ਵਿਰੋਧ ਕਰਨ ਵਾਲਿਆਂ ਦਾ ਵੀ ਸਭ ਨੂੰ ਇਨਸਾਨ ਸਮਝਦੀ ਹਾਂ, ਮੈਂ ਗੁੱਸਾ ਨਹੀਂ ਜੇ ਕਰਦੀ। ਮੇਰੇ ਪੈਰਾਂ ਤੋਂ ਟਰੱਕ ਵੀ ਲੰਘਾ ਦੋ, ਮੈਂ ਗੁੱਸਾ ਨਹੀਂ ਕਰਦੀ। ਸੋ ਇਸ ਕਰਕੇ ਆਮ ਟੋਟਲੀ ਓਕੇ। ਤੁਸੀਂ ਆਪਣੀ ਇੱਕ ਮੁਹਿੰਮ ਵੀ ਚਲਾ ਰਹੇ ਹੋ, ਜਿਹੜਾ ਤੁਹਾਡਾ ਇੱਕ ਟੀਚਾ ਵੀ ਹੈਗਾ ਰਿਵਰਸ ਮਾਈਗ੍ਰੇਸ਼ਨ।
ਕਿ ਪਿੰਡਾਂ ਤੋਂ ਸਾਰਾ ਕੰਮ ਸ਼ੁਰੂ ਕੀਤਾ ਜਾਵੇ, ਨਾ ਕਿ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਜਾ ਕੇ ਵੱਡੀਆਂ ਕੰਪਨੀਜ਼ ਨੂੰ ਜੁਆਇਨ ਕੀਤਾ ਜਾਵੇ। ਪਿੰਡਾਂ ਤੋਂ ਕਾਰੋਬਾਰ ਰਨ ਹੋਵੇ, ਪਿੰਡਾਂ ਤੋਂ ਐਂਟਰਪ੍ਰੀਨਿਓਰਸ਼ਿਪ ਔਰ ਬਿਜ਼ਨਸ ਰਨ ਹੋਵੇ। ਇਹਦੇ ਤੇ ਜ਼ਰੂਰ ਤੁਸੀਂ ਯੂਥ ਦੇ ਲਈ ਕੀ ਮੈਸੇਜ ਆ ਤੁਹਾਡਾ ਰਿਵਰਸ ਮਾਈਗ੍ਰੇਸ਼ਨ ਨੂੰ ਲੈ ਕੇ, ਐਂਟਰਪ੍ਰੀਨਿਓਰਸ਼ਿਪ ਨੂੰ ਲੈ ਕੇ, ਨਵੀਆਂ ਚੀਜ਼ਾਂ ਨਾਲ ਐਕਸਪੈਰੀਮੈਂਟ ਕਰਨ ਨੂੰ ਲੈ ਕੇ, ਉਹ ਮੈਂ ਜ਼ਰੂਰ ਚਾਹੁੰਦੀ ਕਿ ਤੁਸੀਂ ਕਲੀਅਰ ਮੈਸੇਜ ਪੰਜਾਬ ਦੇ ਯੂਥ ਲਈ ਜ਼ਰੂਰ ਦਿਓ। ਮੈਂ ਰਿਵਰਸ ਮਾਈਗ੍ਰੇਸ਼ਨ ਕਰ ਰਹੀ ਸੀ। ਇਹਦੀ ਰੀਅਲਾਈਜੇਸ਼ਨ ਮੈਨੂੰ ਮਨੀਸ਼ ਸਿਸੋਦੀਆ ਜੀ ਦੀ ਵਿਜ਼ਿਟ ਤੇ ਹੀ ਹੋਈ ਹੈ। ਜਦੋਂ ਡੈਪੂਟੀ ਚੀਫ ਮਿਨਿਸਟਰ ਆਫ ਦਿੱਲੀ ਮਨੀਸ਼ ਸਿਸੋਦੀਆ ਨੇ ਸਾਡੇ ਆਫਿਸ ਵਿਜ਼ਿਟ ਕੀਤਾ ਤੇ ਇਸ ਟਰਮ ਨੂੰ ਯੂਜ਼ ਕੀਤਾ ਕਿ ਰਿਵਰਸ ਮਾਈਗ੍ਰੇਸ਼ਨ ਜਿਹੜੀ ਆ ਉਹ ਹੋ ਰਹੀ ਆ। ਆਈਡੀਅਲੀ ਲੋਕ ਜਿਹੜੇ ਆ ਉਹ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਂਦੇ ਨੇ ਬੱਸਾਂ ਤੇ ਚੜ੍ਹ ਕੇ ਕਿ ਸ਼ਹਿਰ 'ਚ ਸਾਨੂੰ ਜੌਬ ਮਿਲੇਗੀ, ਪਿੰਡਾਂ ਤੋਂ ਵੱਡੇ ਸ਼ਹਿਰਾਂ 'ਚ, ਪਿੰਡਾਂ ਤੋਂ ਦੂਸਰੇ ਕੰਟਰੀਜ਼ 'ਚ ਜਾ ਰਹੇ ਨੇ ਤੇ ਇਹਨੂੰ ਅਸੀਂ ਕਹਿ ਦਿੰਦੇ ਕਿ ਮਾਈਗ੍ਰੇਟ ਹੋ ਕੇ ਜਾ ਰਹੇ ਨੇ। ਫਿਰ ਉੱਥੇ ਹੀ ਆਪਣੇ ਘਰ ਬਣਾ ਲੈਂਦੇ ਨੇ, ਉੱਥੇ ਹੀ ਵਸ ਜਾਂਦੇ ਨੇ ਤੇ ਪਿੱਛੋਂ ਸਾਰਾ ਕੁਝ ਜਿਹੜਾ ਉਹ ਡਾਊਨ ਹੀ ਜਾਈ ਜਾ ਰਿਹਾ। ਪਿੱਛੇ ਜ਼ਮੀਨਾਂ ਦਾ ਧਿਆਨ ਰੱਖਣ ਲਈ ਵੀ ਦੂਸਰੀ ਸਟੇਟ ਤੋਂ ਜਿਹੜੇ ਲੋਕ ਆ ਕੇ ਜਿਹੜਾ ਉਹਦਾ ਧਿਆਨ ਰੱਖ ਰਹੇ, ਕਿਉਂਕਿ ਮਾਈਗ੍ਰੇਟ ਹੋਈ ਜਾ ਰਹੇ ਪਿੰਡ। ਸੋ ਇਹ ਜਿਹੜੀ ਟਰਮ ਆ, ਮੈਂ ਹਮੇਸ਼ਾ ਆਪਣੀਆਂ ਲਿਖਤਾਂ ਵਿੱਚ ਵੀ, ਇੰਟਰਵਿਊਜ਼ ਵਿੱਚ ਵੀ ਇਹਦਾ ਜਿਹੜਾ ਕ੍ਰੈਡਿਟ ਆ ਉਹ ਮੈਂ ਮਨੀਸ਼ ਸਿਸੋਦੀਆ ਨੂੰ ਦੇਵਾਂਗੀ। ਇਸ ਕਰਕੇ ਨਹੀਂ ਕਿ ਉਹ ਕੋਈ ਪੋਲੀਟੀਸ਼ੀਅਨ ਆ, ਇਸ ਕਰਕੇ ਕਿ ਵਾਕਈ ਉਹਨਾਂ ਨੇ ਇਹਨੂੰ ਡੀਪਲੀ ਐਨਾਲਿਸਿਸ ਕਰ ਲਿਆ। ਕਿਉਂਕਿ ਇੱਕ ਜਿਹੜੇ ਪੋਲੀਟੀਸ਼ੀਅਨ ਹੁੰਦੇ ਨਾ, ਬੜਾ ਘੁੰਮੇ ਹੁੰਦੇ ਹਰ ਜਗ੍ਹਾ, ਪਤਾ ਨਹੀਂ ਕਿੰਨੇ ਪਿੰਡ ਦੇਖੇ ਹੁੰਦੇ, ਕਿੰਨੇ ਲੋਕਾਂ ਨੂੰ ਮਿਲਦੇ ਆ, ਤੇ ਉਹ ਇੰਨੀ ਦੁਨੀਆ ਨੂੰ ਮਿਲਣ ਤੋਂ ਬਾਅਦ ਇੱਕ ਟਰਮ ਦਿਮਾਗ 'ਚ ਆ ਗਈ ਕਿ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ, ਰਾਈਟ। ਸੋ ਤੇ ਰਿਵਰਸ ਮਾਈਗ੍ਰੇਸ਼ਨ ਦੇ ਵਿੱਚ ਤੁਸੀਂ ਦੇਖੋ ਕਿ ਅੱਜ ਅਸੀਂ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਉਹ ਇੱਥੇ ਜੌਬ ਕਰ ਰਹੇ ਨੇ। ਵਾਕਿੰਗ ਡਿਸਟੈਂਸ ਤੇ ਲੋਕ 50-60 ਹਜ਼ਾਰ ਰੁਪਏ ਦੀ ਸੈਲਰੀ ਲੈ ਰਹੇ ਨੇ, ਗਰਮ ਖਾਣਾ ਆ ਰਿਹਾ ਘਰੋਂ, ਠੀਕ ਹੈ, ਘਰੋਂ ਤੁਰ ਕੇ ਆਣਾ ਬਸ। ਐਂਡ ਜਿਹੜੇ ਲੋਕ ਸ਼ਹਿਰ ਦੇ ਨੇ ਉਹ ਬੱਸ ਦੇ ਵਿੱਚ ਬੈਠ ਕੇ ਪਿੰਡ ਆ ਰਹੇ ਜੌਬ ਕਰਨ, ਠੀਕ ਹੈ। ਸੋ ਉਹ ਵੀ ਆਪਣੇ ਜਿਹੜੇ ਪੈਸੇ ਆ ਪਿੰਡ 'ਚ ਸਪੈਂਡ ਕਰ ਰਹੇ ਨੇ, ਠੀਕ ਹੈ। ਜਿਹੜਾ ਬੱਚੇ ਨੇ ਅਦਰਵਾਈਜ਼ ਗਰਲ ਨੂੰ ਜੌਬ ਕਰਨ ਦਾ ਮੌਕਾ ਹੀ ਨਹੀਂ ਸੀ ਮਿਲਣਾ, ਵਿਆਹ ਕਰਕੇ ਉਹਨੇ ਕਿਤੇ ਹੋਰ ਚਲ ਜਾਣਾ ਸੀ, ਉਹ ਵੀ ਇੱਥੇ ਜੌਬ ਕਰ ਰਹੀ ਗਰਲ। ਆਪਣੇ ਆਪ ਨੂੰ ਸੇਫ ਸਮਝਦੇ ਨੇ ਕਿਉਂਕਿ ਮੈਂ ਵੀ ਉਸੇ ਪਿੰਡ ਦੀ ਕੁੜੀ ਹਾਂ, ਰਾਈਟ। ਸੋ ਅਸੀਂ ਜਿਹੜਾ ਰਿਵਰਸ ਮਾਈਗ੍ਰੇਸ਼ਨ ਆ ਉਹ ਬਹੁਤ ਬਿਹਤਰੀਨ ਤਰੀਕੇ ਨਾਲ ਕਰ ਪਾ ਰਹੇ, ਕਿਉਂਕਿ ਅਸੀਂ ਇੱਕ ਵਾਈਟ ਕਾਲਰ ਜੌਬ ਵਾਲੀ ਕੰਪਨੀ ਆ। ਸਾਨੂੰ ਖੁਦ ਪਤਾ ਹੈ ਕਿ ਜੇ ਅਸੀਂ ਕਿਸੇ ਨੂੰ 30,000 ਰੁਪਇਆ ਦੇ ਰਹੇ ਹਾਂ ਤੇ ਇਹੀ ਬੰਦੇ ਨੂੰ ਜੇ ਦਿੱਲੀ ਜਾ ਕੇ 35,000 ਵੀ ਮਿਲ ਜੇ, ਕਿਉਂਕਿ ਉਸ ਤੋਂ ਉੱਪਰ ਉਹਨੂੰ ਸੈਲਰੀ ਨਹੀਂ ਮਿਲ ਸਕਦੀ, ਕਿਉਂਕਿ ਸੈਲਰੀ ਅਸੀਂ ਪਹਿਲਾਂ ਹੀ ਬਹੁਤ ਵਧੀਆ ਦੇ ਰਹੇ ਆਪਣੀ ਕੰਪਨੀ 'ਚ, ਠੀਕ ਹੈ। ਅਸੀਂ ਕਿਸੇ ਨੂੰ ਮਾੜੀ ਤੁਹਾਡੀ ਸੈਲਰੀ, ਐਵਰੇਜ ਸੈਲਰੀ ਤੇ ਨਹੀਂ ਰੱਖਿਆ ਕਿ ਅਸੀਂ ਪ੍ਰੋਫਿਟ ਜ਼ਿਆਦਾ ਕਮਾ ਲਈ, ਅਸੀਂ ਸੈਲਰੀ ਬਹੁਤ ਅੱਛੀ ਦਿੰਦੇ ਆਪਣੀ ਕੰਪਨੀ। ਸੋ ਸਾਡਾ ਹੀ ਬੰਦਾ ਜੇ ਦਿੱਲੀ ਜਾ ਕੇ ਕੰਮ ਕਰੇਗਾ ਤੇ ਉਲਟਾ ਉਹਦਾ 15-20,000 ਖਰਚਾ ਆ ਜਾਣਾ, ਉਲਟਾ ਉਹਦਾ ਜਿਹੜਾ ਲਾਸ ਹੋਣਾ ਸ਼ੁਰੂ ਹੋ ਜਾਣਾ। ਤੇ ਜੇ ਉਹ ਬੰਦਾ ਦੁਬਈ ਚਲ ਜੇ, ਕੈਨੇਡਾ ਚਲ ਜੇ, ਆਸਟ੍ਰੇਲੀਆ ਚਲ ਜੇ, ਕਿਤੇ ਚਲ ਜੇ, ਉਹਨੂੰ 2-3 ਸਾਲ ਲੱਗ ਜਾਣੇ, ਉਹਨੇ ਪੂਰੇ ਸਾਲ 'ਚ ਵੀ 3-4 ਲੱਖ ਨਹੀਂ ਆਪਣੇ ਘਰ ਲਿਆ ਪਾਣਾ, ਠੀਕ ਹੈ। ਸੋ ਉਹੀ ਹੈ ਕਿ ਜਿਹੜਾ ਇਹ ਕਨਸੈਪਟ ਆ, ਸੱਚ ਅ ਬਿਊਟੀਫੁਲ ਕਨਸੈਪਟ, ਕਿ ਇਹਦਾ ਜਿਹੜਾ ਰੈਪਲੀਕਾ ਹੈ ਪੰਜਾਬ 'ਚ ਤੇ ਪਿੰਡਾਂ 'ਚ ਹੋ ਹੀ ਸਕਦਾ ਹੈ। ਘੱਟੋ ਘੱਟ 500 ਪਿੰਡਾਂ 'ਚ ਇਹਨੂੰ ਆਪਾਂ ਰਿਪੀਟ ਕਰ ਸਕਦੇ ਹਾਂ, ਪੂਰੇ ਇੰਡੀਆ 'ਚ ਰਿਪੀਟ ਹੋ ਸਕਦਾ ਹੈ। ਸੋ ਮੈਨੂੰ ਜ਼ੀਰੋ ਇੰਕਲੀਨੇਸ਼ਨ ਹੈ ਟੂਵਰਡਸ ਐਨੀ ਗਵਰਨਮੈਂਟ, ਬਟ ਜੇ ਇਸ ਕਨਸੈਪਟ ਨੂੰ ਅਸੀਂ ਇੰਨੇ ਬਿਹਤਰੀਨ ਤਰੀਕੇ ਨਾਲ ਬਾਹਰ ਲੈ ਕੇ ਆਏ ਹਾਂ ਤੇ ਮੈਨੂੰ ਲੱਗਦਾ ਹੈ ਸਿਰਫ ਇੱਕ ਪਾਰਟੀ ਨੂੰ ਨਹੀਂ, ਇਹ ਰਲ ਮਿਲ ਕੇ ਸਾਰਿਆਂ ਨੂੰ, ਜਿਵੇਂ ਕਿ ਮੈਂ ਮਨੀਸ਼ ਸਿਸੋਦੀਆ ਜੀ ਨੂੰ ਵੀ ਮਿਲੀ ਆ, ਨਰਿੰਦਰ ਮੋਦੀ ਨੂੰ ਵੀ ਮਿਲੀ ਆ, ਰਾਈਟ। ਸੋ ਅਸੀਂ ਇਸ ਕਨਸੈਪਟ ਨੂੰ ਬਹੁਤ ਅੱਛੇ ਤਰੀਕੇ ਨਾਲ ਇੰਡੀਆ ਦੇ ਵਿੱਚ ਇੰਪਲੀਮੈਂਟ ਕਰ ਸਕਦੇ ਹਾਂ। ਐਂਡ ਆਈਟੀ ਦੀ ਹਿਊਜ ਡਿਮਾਂਡ ਅੱਗੇ, ਡਿਜੀਟਲ ਮਾਰਕੀਟਿੰਗ ਤੇ ਆਈਟੀ ਦੋਨੋਂ ਦਾ ਕੰਬੀਨੇਸ਼ਨ ਬੜਾ ਅੱਛਾ ਹੈ। ਐਂਡ ਬਹੁਤ ਜ਼ਿਆਦਾ ਅਸੀਂ ਲੱਖਾਂ ਦੀ ਤਾਦਾਦ 'ਚ ਜੌਬ ਜਨਰੇਟ ਕਰ ਸਕਦੇ ਹਾਂ, ਜਿਹਦੇ ਵਿੱਚ ਜੌਬ ਜਿਹੜੀਆਂ ਹੈਗੀਆਂ ਵੀ, ਕੋਈ ਇਹ ਕਹਿ ਨਹੀਂ ਸਕਦਾ ਕਿ ਜੇ ਇੰਡੀਆ 5 ਲੱਖ ਜੌਬ ਜਨਰੇਟ ਕਰ ਦੇਗਾ ਤੇ ਅੱਗੇ ਜੌਬ ਮਿਲੇਗੀ ਕਿ ਨਹੀਂ ਮਿਲੇਗੀ ਉਸ ਬੰਦੇ ਨੂੰ ਜੇ ਟ੍ਰੇਨ ਕਰ ਦੇਗਾ 5 ਲੱਖ ਲੋਕਾਂ ਨੂੰ। ਇਹ ਸਾਰਿਆਂ ਨੂੰ ਪਤਾ ਹੈ ਕਿ ਆਈਟੀ ਦੇ ਫੀਲਡ 'ਚ ਤੇ ਡਿਜੀਟਲ ਮਾਰਕੀਟਿੰਗ ਦੇ ਫੀਲਡ 'ਚ ਜੌਬ ਜਿਹੜੀ ਹੈ ਉਹ ਮਿਲਣੀ। ਸੋ ਇਸ ਮਾਡਲ ਤੋਂ ਲਰਨਿੰਗ ਲੈ ਕੇ ਸਾਡੇ ਟਾਂਗਰਾ ਦੇ ਵਿੱਚ ਜਿਹੜਾ ਅਸੀਂ ਮਾਡਲ ਬਣਾਇਆ ਕਿ ਪਿੰਡ ਵਿੱਚ ਤੁਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਇੱਕ ਕੰਪਨੀ ਸੈਟਅਪ ਕਰਨ, ਰਾਈਟ। ਇਸ ਮਾਡਲ ਤੋਂ ਇਹਨੂੰ ਪ੍ਰੇਰਿਤ ਹੋ ਕੇ ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਨੂੰ ਐਂਟਰਪ੍ਰੀਨਿਓਰਸ ਨੂੰ ਸਪੋਰਟ ਕਰਨੀ ਚਾਹੀਦੀ ਆ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੰਡੀਆ 'ਚ ਇਹ ਮਾਡਲ ਜਿਹੜਾ ਉਹ ਰੈਪਲੀਕਾ ਹੋਵੇ ਤੇ ਇਸੇ ਤਰ੍ਹਾਂ ਪਿੰਡ ਜਿਹੜਾ ਵਾ ਪਿੰਡ 'ਚ ਹੀ ਰਹਿ ਜੇ। ਇਸ ਮਾਡਲ ਨੂੰ ਵੱਡਾ ਨਹੀਂ ਕਰਨਾ ਚਾਹੁੰਦੀ ਮੈਂ,
ਕਿ ਇੱਕ ਪਿੰਡ ਵਿੱਚ 1000 ਬੱਚੇ ਕੰਮ ਕਰਨ। ਇਹ ਪਿੰਡ ਜਾਣਾ ਚਾਹੀਦਾ ਮਾਡਲ, ਕਿਉਂਕਿ ਜੇ ਇੱਕ ਪਿੰਡ 'ਚ 1000 ਬੱਚੇ ਹੋ ਜਾਣਗੇ ਤੇ ਪਿੰਡ ਦਾ ਕਲਚਰ ਖਰਾਬ ਹੋ ਜਾਏਗਾ। ਪਿੰਡ ਦੇ ਵਿੱਚ ਬਾਹਰੋਂ ਆ ਜਾਣਗੀਆਂ ਕੁੜੀਆਂ ਮੁੰਡੇ, ਡਿਫਰੈਂਟ ਕਲਚਰ ਦੇ, ਉਹਨਾਂ ਦਾ ਖਾਣਾ ਪੀਣਾ ਡਿਫਰੈਂਟ ਹੋ ਸਕਦਾ, ਸਿਗਰਟ ਵੀ ਪੀ ਰਿਹਾ ਹੋਵੇ ਕੋਈ, ਠੀਕ ਹੈ। ਤਾਂ ਜਿਹੜਾ ਪਿੰਡ ਆ ਉਹ ਪਿੰਡ ਨਹੀਂ ਰਹਿ ਜਾਏਗਾ ਜਦੋਂ ਅਸੀਂ ਇੱਕ ਵੱਡੀ ਕੰਪਨੀ ਖੋਲ ਦਿੰਦੇ ਹਾਂ। ਸੋ IT ਵਿਲੇਜ ਹੋਣੇ ਚਾਹੀਦੇ ਆ ਜਿਹੜੇ ਕਿ ਮੈਕਸਿਮਮ ਵੀ ਜੇ ਮੈਂ ਕਹਾਂ ਤੇ 100 to 200 ਤੋਂ ਉੱਪਰ ਜਿਹੜੀ ਆ ਉਹ ਕੰਪਨੀ ਨਹੀਂ ਹੋਣੀ ਚਾਹੀਦੀ। ਮੈਂ ਖੁਦ ਵੀ ਜਿਹੜਾ ਸੈਕਿੰਡ ਸੈਂਟਰ ਖੋਲਿਆ ਝਬਾਲ ਦੇ ਵਿੱਚ, ਉਹ ਮੈਂ ਵੱਧ ਖਰਚਾ ਕਰਕੇ ਦੂਜੇ ਪਿੰਡ ਜਾ ਰਹੀ ਹਾਂ, ਠੀਕ ਹੈ, ਮੇਰੇ ਐਕਸਟਰਾ ਖਰਚਾ ਹੋ ਰਿਹਾ, ਪਰ ਮੈਂ ਆਪਣੇ ਪਿੰਡ 'ਚ ਪੋਪੂਲੇਸ਼ਨ, ਪਿੰਡ ਵਿੱਚ ਇੰਪਲੋਈਜ਼ ਨਹੀਂ ਵਧਾਏ, ਕਿਉਂਕਿ ਮੈਂ ਪਿੰਡ ਦਾ ਕਲਚਰ ਨਹੀਂ ਖਰਾਬ ਕਰਨਾ ਚਾਹੁੰਦੀ ਕਿ ਇੱਥੇ ਬਹੁਤ ਸਾਰੇ ਬਾਹਰ ਦੇ ਬੱਚੇ ਆ ਗਏ ਨੇ, ਕਿਉਂਕਿ ਪਿੰਡ ਫੀਲ ਕਰੇ ਕਿ ਬਾਹਰੋਂ ਪਤਾ ਨਹੀਂ ਕੌਣ ਆ ਗਿਆ ਸਾਡੇ ਪਿੰਡ ਦੇ ਵਿੱਚ, ਰਾਈਟ। ਸੋ ਉਹ ਵੀ ਚੀਜ਼ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਕਿ ਅਸੀਂ ਆਪਣਾ ਕਲਚਰ ਡਿਪਲੀਟ ਕਰਦੇ ਹੋਏ ਤਰੱਕੀ ਨਹੀਂ ਕਰਨੀ, ਕਲਚਰ ਇੰਟੈਕਟ ਕਰਦੇ ਹੋਏ ਅਸੀਂ ਤਰੱਕੀ ਕਰਨੀ। ਤੇ ਸਰਕਾਰ ਦਾ ਤੁਸੀਂ ਕਿਹਾ ਵੀ ਅਗਰ ਸਰਕਾਰ ਯੋਗਦਾਨ ਪਾਵੇ ਤਾਂ ਕਿੱਦਾਂ ਦਾ ਯੋਗਦਾਨ ਪਾ ਸਕਦੀ ਹੈ ਮਨਦੀਪ ਕੌਰ ਜੀ? ਕੋਈ ਪਾਲਿਸੀ ਬਣਾਵੇ ਇਹਦੇ ਲਈ, ਐਂਟਰਪ੍ਰੀਨਿਓਰਸ਼ਿਪ ਨੂੰ ਇਨਕਰੇਜ ਕਰਨ ਦੇ ਲਈ, ਜਾਂ ਕੋਈ ਮੋਨੀਟਰੀ ਸਪੋਰਟ ਦੇਵੇ ਤੁਹਾਨੂੰ, ਮਤਲਬ ਇਨ ਦਾ ਸੈਂਸ ਵੀ? ਆਈ ਥਿੰਕ ਬਹੁਤ ਹਾਈ ਲੈਵਲ ਮੋਨੀਟਰੀ ਸਪੋਰਟ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਇੱਕ ਮੈਂ ਕਹਾਂਗੀ ਕਿ ਬਿਲਕੁਲ ਛੋਟੇ ਲੈਵਲ ਤੋਂ ਵੀ ਜੇ ਸਟਾਰਟ ਕਰਨਾ ਹੋਵੇ ਤੇ 30 to 50 ਲੱਖ ਦੇ ਲੋਨ ਕਰ ਸਕਦੇ ਬੱਚੇ, ਰਾਈਟ। ਚਲੋ ਇੱਕ ਬਾਤ ਦੀ ਗੱਲ ਆ, ਬਟ ਦੇਖੋ ਇੰਟਰਨੈਟ ਪਿੰਡ 'ਚ ਮਹਿੰਗਾ, ਇਹ ਤੇ ਸੈਂਟਰ ਸਰਕਾਰ ਨੇ ਕਰਨਾ ਨਾ। ਅਸੀਂ ਮਹੀਨੇ ਦਾ, ਅਸੀਂ ਸਾਲ ਦਾ 4-5 ਲੱਖ ਰੁਪਇਆ ਵੱਧ ਪੇ ਕਰ ਰਹੇ ਹਾਂ ਇੰਟਰਨੈਟ ਵਾਸਤੇ। ਅਸੀਂ ਡਿਜ਼ਰਵ ਨਹੀਂ ਕਰਦੇ, ਸਾਨੂੰ ਤੇ ਉਲਟਾ ਫ੍ਰੀ ਮਿਲਣਾ ਚਾਹੀਦਾ ਇੰਟਰਨੈਟ ਕਿ ਤੁਸੀਂ ਇੰਨਾ ਅੱਛਾ ਕੰਮ ਕਰ ਰਹੇ ਹੋ। ਅਸੀਂ ਜੇ ਅੰਮ੍ਰਿਤਸਰ 'ਚ ਇਹ ਵਾਲਾ ਇੰਟਰਨੈਟ ਯੂਜ਼ ਕਰਨਾ ਹੋਵੇ ਤੇ ਸਾਡਾ ਬਿੱਲ ਆਵੇ 12,000, ਇੱਥੇ ਅਸੀਂ ਪਿੰਡ ਦੇ ਵਿੱਚ ਸਾਨੂੰ ਇੰਨੀ ਫਾਸਟ ਸਪੀਡ ਚਾਹੀਦੀ ਆ, ਰਾਈਟ, 99% ਅਪ ਟਾਈਮ ਚਾਹੀਦਾ, ਇੱਥੇ ਅਸੀਂ 60,000 ਪੇ ਕਰ ਰਹੇ ਆਪਣੇ ਪਿੰਡ ਵਿੱਚ। ਸਾਡੇ ਕੋਲ ਜੇ ਕੋਈ ਲੈਂਡ ਆ ਤੇ ਬੈਂਕ ਉਹ ਸਾਨੂੰ ਲੋਨ ਨਹੀਂ ਦਿੰਦਾ, ਉਹ ਕਹਿੰਦਾ ਇਹ ਪੇਂਡੂ ਲੈਂਡ ਆ, ਇੱਥੇ ਲੋਨ ਨਹੀਂ ਮਿਲਣਾ ਤੁਹਾਨੂੰ, ਸ਼ਹਿਰ ਹੁੰਦਾ ਤੁਹਾਡਾ ਪਲਾਟ ਏਡਾ ਹੀ ਤੇ ਤੁਹਾਨੂੰ ਅੱਛਾ ਲੋਨ ਜਿਹੜਾ ਮਿਲ ਜਾਣਾ ਸੀ, ਠੀਕ ਹੈ। ਸੋ ਪਿੰਡ ਵਿੱਚ ਅਸੀਂ ਕੰਪਿਊਟਰਸ ਖਰੀਦਨੇ, ਟ੍ਰੇਨਿੰਗ ਤੇ ਜ਼ੋਰ ਲਾਉਣਾ, ਅਸੀਂ ਪਿੰਡ ਦੇ ਬੱਚਿਆਂ ਨੂੰ ਸ਼ੁਰੂ ਤੋਂ ਇੰਗਲਿਸ਼, ਸ਼ੁਰੂ ਤੋਂ ਕੰਪਿਊਟਰ ਸਿਖਾ ਰਹੇ ਹਾਂ। ਸਾਡਾ ਐਫਰਟ ਲੱਗਦਾ, ਸਾਨੂੰ ਇੱਕ ਬੱਚੇ ਲਈ 80-90 ਹਜ਼ਾਰ ਵਾਲਾ ਕੰਪਿਊਟਰ ਸਾਈਟ ਤੇ ਕਰਨਾ ਪੈਂਦਾ, ਕਿਉਂਕਿ ਇਹ ਨਾਰਮਲ ਕੰਪਿਊਟਰ ਨਹੀਂ, ਅਸੀਂ ਕਿਹੜਾ ਐਕਸਲ ਚਲਾਣੀ ਆ, ਅਸੀਂ ਕੋਡਿੰਗ ਕਰਨੀ ਆ, ਅਸੀਂ ਵੀਡੀਓ ਐਡੀਟਿੰਗ ਕਰਨੀ ਆ, ਵੀਡੀਓ ਰੈਂਡਰ ਕਰਨੀ, ਸਾਨੂੰ ਅੱਛੇ ਸਿਸਟਮ ਚਾਹੀਦੇ, ਰਾਈਟ। ਸੋ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਆ। ਮੇਰੀ ਵੀ ਪੇਸ਼ੈਂਸ ਜਿਹੜੀ ਆ ਮੈਂ ਬੜੀ ਜ਼ਿਆਦਾ ਰੱਖੀ ਆ, ਪਰ ਜੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਤੇ ਮੈਨੂੰ ਵੀ ਲੱਗਦਾ ਕਿ ਪੇਸ਼ੈਂਸ ਲੂਜ਼ ਹੋ ਸਕਦੀ ਆ, ਕਿਉਂਕਿ ਕਿੰਨਾ ਕੁ ਕੋਈ ਬੋਝ ਆਪਣੇ ਤੇ ਜਿਹੜਾ ਉਹ ਲੈ ਲੇਗਾ। ਇਸ ਕੰਪਨੀ ਨੂੰ ਕਿਵੇਂ ਇੱਥੋਂ ਤੱਕ ਲਿਆਂਦਾ, ਠੀਕ ਹੈ, ਇਹ ਮੈਂ ਹੀ ਜਾਣਦੀ ਹਾਂ ਕਿ ਕੋਵਿਡ ਦੇ ਵਿੱਚ ਅਸੀਂ ਆਲਮੋਸਟ 1.5 ਕਰੋੜ ਦਾ ਲੋਨ ਲਿਆ, ਜਿਹਨੂੰ ਅਸੀਂ ਕੋਈ ਇੰਪਲੋਈ ਨਹੀਂ ਕੱਢਿਆ ਆਪਣੀ ਕੰਪਨੀ ਚੋਂ। ਤੇ ਮੈਨੂੰ ਦੱਸ ਦੇ ਕੋਈ ਸਰਕਾਰ ਕਿ ਜੇ ਮੈਨੂੰ ਕਿਸੇ ਨੇ ਲੋਨ ਦੇਤਾ ਹੋਵੇ, ਠੀਕ ਹੈ, ਮੇਰਾ ਲੋਨ 16% ਤੇ ਚੱਲ ਰਿਹਾ, ਮੇਰਾ ਲੋਨ 20% ਤੇ ਚੱਲ ਰਿਹਾ, ਕਿਉਂਕਿ ਮੇਰੇ ਕੋਲ ਕੋਈ ਕੋਲੈਟਰਲ ਨਹੀਂ, ਮੇਰੇ ਕੋਲ ਕੋਈ ਜਗ੍ਹਾ ਨਹੀਂ, ਠੀਕ ਹੈ। ਸੋ ਇੰਨੀ ਅੱਛੀ ਪ੍ਰੋਫਾਈਲ ਹੋਣ ਦੇ ਬਾਅਦ ਵੀ ਕਿ ਤੁਸੀਂ ਇੱਕ ਟੈਡੈਕਸ ਸਪੀਕਰ ਹੋ, ਤੁਹਾਨੂੰ IITs IIMs ਬੁਲਾ ਰਹੇ ਨੇ, ਤੁਸੀਂ ਪ੍ਰਾਈਮ ਮਿਨਿਸਟਰ ਕੋ ਹੋ ਆਏ ਹੋ, ਚੀਫ ਮਿਨਿਸਟਰ ਤੁਹਾਨੂੰ ਟਵਿੱਟਰ ਟਵੀਟ ਕਰ ਰਹੇ ਨੇ, ਠੀਕ ਹੈ, ਇੰਨੇ ਮਿਨਿਸਟਰ ਤੁਹਾਨੂੰ ਵਿਜ਼ਿਟ ਕਰਦੇ ਨੇ, ਹਰ ਤਰ੍ਹਾਂ ਦੇ ਆਫਿਸਰ ਵਿਜ਼ਿਟ ਕਰਦੇ ਨੇ, ਪਰ ਜਿਹੜੀ ਐਕਚੁਅਲ ਹੈਲਪ ਚਾਹੀਦੀ ਆ ਉਹ ਉੱਥੇ ਜਿਹੜੀ ਆ ਉਹ ਬਹੁਤ ਕਮੀ ਆ। ਐਕਚੁਅਲ ਚ ਹੈਲਪ ਜਿਹੜੀ ਅਸੀਂ ਕਰੀਏ ਤੇ ਜਦੋਂ ਅਸੀਂ ਬੋਲਾਂਗੇ ਜਿਵੇਂ ਅੱਜ ਆਪਾਂ ਬੋਲ ਰਹੇ ਇੰਟਰਵਿਊ ਚ, ਰਾਈਟ, ਤੇ ਫਿਰ ਹੋ ਸਕਦਾ ਅਸੀਂ ਪੱਕੀ ਸਾਈਡਲਾਈਨ ਹੋ ਜਾਈਏ ਕਿ ਇਹ ਤੇ ਬੋਲਦੇ ਨੇ, ਇਹਨਾਂ ਨੂੰ ਧਿਆਨ ਹੀ ਨਾ ਦਿਓ, ਰਾਈਟ। ਸੋ ਏਦਾਂ ਨਹੀਂ ਹੋਣ ਦਿੰਦੇ, ਏਦਾਂ ਨਹੀਂ ਹੋਣ ਦਿੰਦੇ, ਹੋਏ ਆ, ਠੀਕ ਹੈ। ਦੇਖੋ 120 ਫੈਮਿਲੀਜ਼ ਦੀ ਲਾਈਫ ਦਾ ਸਵਾਲ, ਪਲੱਸ ਜਿਹੜੇ ਮੈਨੂੰ ਵੇਖ ਕੇ ਇਸ ਫੀਲਡ ਚ ਆ ਰਹੇ ਨੇ, ਉਹਨਾਂ ਨੇ ਕਹਿਣਾ ਮਨਦੀਪ ਨੇ ਗੁੱਡ ਦੱਸਤਾ ਤੇ ਦੂਜਾ ਦੱਸਿਆ ਹੀ ਨਹੀਂ, ਆਪ ਤੇ ਫਸ ਗਈ ਤੇ ਸਾਨੂੰ ਵੀ ਫਸਾਤਾ। ਉਹ ਫਿਰ ਇਦਾਂ ਕਹਿਣਗੇ ਮੈਨੂੰ ਕਿ ਅਸੀਂ ਵੀ ਪਿੰਡ 'ਚ ਰਹਿ ਗਏ, ਅਸੀਂ ਕੈਨੇਡਾ ਚਲ ਜਾਂਦੇ, ਸਾਡੀ ਉਮਰ ਵੀ ਲੰਘ ਗਈ। ਸੋ ਸਰਕਾਰ ਨੂੰ ਸਾਡੇ ਵਰਗੇ ਉਪਰਾਲੇ ਤੇ ਇਮੀਡੀਏਟ ਐਕਸ਼ਨ ਲੈਣੇ ਬਹੁਤ ਜ਼ਰੂਰੀ ਹੈ, ਤਾਂ ਕਿ ਸਾਡਾ ਹੌਸਲਾ ਬੁਲੰਦ ਹੋਵੇ ਤੇ ਸਾਡੇ ਨਾਲ ਹਜ਼ਾਰਾਂ ਯੂਥ ਦਾ ਹੌਸਲਾ ਬੁਲੰਦ ਹੋਵੇ। ਮੈਂ ਤੇ ਇਹ ਵੀ ਨਹੀਂ ਕਹਿ ਰਹੀ ਕਿ ਮੈਂ ਆਪਣੀ ਕੰਪਨੀ ਨੂੰ ਹੀ ਪ੍ਰੈਫਰੈਂਸ ਦੇਣਾ ਚਾਹੁੰਦੀ ਹਾਂ, ਮੈਂ ਤੇ ਹਰ ਇੱਕ ਨੂੰ ਆਪਣਾ ਮਾਡਲ ਜਿਹੜਾ ਵਾ ਉਹ ਸ਼ੇਅਰ ਕਰਨ ਲਈ ਰੈਡੀ ਆ ਕਿ ਪੰਜਾਬ 'ਚ ਭਾਵੇਂ ਮੇਰੇ ਵਰਗੀਆਂ 1000 ਕੰਪਨੀਆਂ ਹੋਣ। ਸੌਰੀ, ਮੈਂ ਪਹਿਲਾਂ ਵੈਸੇ ਆਖਰੀ ਸਵਾਲ ਕਹਿਤਾ ਸੀ, ਪਰ ਹੁਣ ਇੱਕ ਚੀਜ਼ ਹੋਰ ਦਿਮਾਗ ਦੇ ਵਿੱਚ ਹੈ ਜੋ ਮੈਂ ਪੁੱਛਣਾ ਚਾਹਾਂਗੀ। ਉਹ ਹੈ ਕਿ ਤੁਹਾਡੀ ਕੰਪਨੀ, ਜਿੱਦਾਂ ਤੁਸੀਂ ਵਾਰ-ਵਾਰ ਐਮਫੇਸਾਈਜ਼ ਕਰ ਰਹੇ ਹੈ ਕਿ IT ਦੇ ਵਿੱਚ ਓਪਰਚੁਨਿਟੀਜ਼ ਬਹੁਤ ਆ, ਇੰਡੀਆ ਜੌਬਸ ਜਨਰੇਟ ਕਰ ਸਕਦਾ। ਅੱਜ ਦੇ ਸਮੇਂ ਦੇ ਵਿੱਚ ਇੰਡੀਆ ਇੱਕ ਜਵਾਨ ਕੰਟਰੀ ਆ, ਐਵਰੇਜ ਉਮਰ 27-28-29 ਸਾਲ ਦੀ ਆਪਣੀ ਹੈਗੀ ਆ।
ਸੋ ਇਹਦੇ ਵਿੱਚ ਆਪਣੇ ਜਿਹੜੇ ਸਕੂਲਸ ਦੀ ਐਜੂਕੇਸ਼ਨ ਹੈ, ਆਪਣੇ ਕਾਲਜਸ ਦੀ ਐਜੂਕੇਸ਼ਨ ਹੈ, ਕੀ ਉਹ ਆਈਟੀ ਦੀ ਐਜੂਕੇਸ਼ਨ ਬੱਚਿਆਂ ਨੂੰ ਦੇਣ ਦੇ ਲਈ ਸક્ષਮ ਹੈਗੀ ਆ, ਸਫੀਸ਼ੀਐਂਟ ਆ? ਕਿ ਆਪਾਂ ਨੂੰ ਜਿਹੜੀ ਸੈਕੰਡਰੀ ਲੈਵਲ ਐਜੂਕੇਸ਼ਨ ਹੈ ਔਰ ਪ੍ਰਾਇਮਰੀ ਲੈਵਲ ਵੀ, ਕਿਉਂਕਿ ਤੁਸੀਂ ਬੱਚਿਆਂ ਨੂੰ ਸਿਖਾ ਰਹੇ ਹੋ ਛੋਟੇ ਹੁੰਦਿਆਂ ਨੂੰ ਕੰਪਿਊਟਰ ਤੇ ਐਵਰੀਥਿੰਗ, ਕਿ ਇਸ ਚੀਜ਼ ਨੂੰ ਇਨਕਲੂਡ ਕਰਨ ਦੇ ਲਈ ਵੀ ਸਰਕਾਰ ਵੱਲੋਂ ਕੋਈ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ? ਸੀ ਵੈਸੇ ਆਈ ਐਮ ਵੈਰੀ ਇੰਪ੍ਰੈਸਡ ਵਿਦ ਯੂਰ ਕੁਐਸਚਨਸ, ਮੈਨੂੰ ਵੀ ਆਨਸਰ ਦੇਣ ਦਾ ਜਿਹੜਾ ਮਜ਼ਾ ਆ ਰਿਹਾ ਹੈ ਕਿ ਯੂ نو ਵੈਰੀ ਗੁੱਡ ਕੁਐਸਚਨਸ। ਥੈਂਕ ਯੂ। ਹੁਣ ਦਿੱਕਤ ਇਹ ਆ ਕਿ ਸਿਲੇਬਸ ਚੱਲ ਰਿਹਾ ਸਾਰਾ ਹੀ ਸੰਨ 47 ਵਾਲਾ, ਠੀਕ ਹੈ ਨਾ, ਸਾਰੇ ਕਾਲਜਿਸ ਦੇ ਵਿੱਚ, ਠੀਕ ਹੈ, ਸਿਰਫ ਅਪਰ ਸਕੂਲ ਦੇ ਵਿੱਚ ਇੱਕ ਟੌਰ ਟੱਪਕੇ ਲਈ ਆਪਾਂ ਕਹਿ ਸਕਦੇ ਕਿ ਹਾਂਜੀ ਅਸੀਂ ਕੋਡਿੰਗ ਸਿਖਾ ਰਹੇ ਹਾਂ, ਅਸੀਂ ਇਹ ਕਰ ਰਹੇ ਹਾਂ, ਉਹ ਕਰ ਰਹੇ, ਠੀਕ ਹੈ। ਸੋ ਉਹ ਚੀਜ਼ਾਂ ਜਿਹੜੀਆਂ ਮਤਲਬ ਚੱਲ ਰਹੀਆਂ, ਪਰ ਐਕਚੁਅਲ 'ਚ ਜਿਹੜਾ ਚਾਹੀਦਾ, ਜਿੱਦਾਂ ਦਾ ਸਾਨੂੰ ਸਿਲੇਬਸ ਚਾਹੀਦਾ, ਜਿੱਦਾਂ ਦਾ ਸਾਨੂੰ ਸਾਰਾ ਕੁਝ ਚਾਹੀਦਾ, ਉਹ ਜਿਹੜਾ ਨਹੀਂ ਹੈਗਾ। ਕੋਈ ਫਿਊ ਕਾਲਜਿਸ ਹੀ ਆ, ਜੇ ਆਪਾਂ ਥਾਪਰ ਦੀ ਐਗਜ਼ਾਮਪਲ ਲਗਾ ਲਈਏ, ਐਲਪੀਯੂ ਦੀ ਐਗਜ਼ਾਮਪਲ ਲਗਾ ਲਈਏ, ਜਾਂ ਹੋਰ ਪ੍ਰਾਈਵੇਟ ਕਾਲਜਿਸ ਦੀ ਐਗਜ਼ਾਮਪਲ ਲਗਾ ਲਈਏ ਕਿ ਉਹ ਅਪਗ੍ਰੇਡਡ ਚੱਲ ਰਹੇ ਨੇ ਕਿਉਂਕਿ ਉਹ ਪ੍ਰਾਈਵੇਟ ਨੇ, ਮੇਬੀ ਇਸ ਕਰਕੇ। ਪਰ ਇਹਦੇ ਵਿੱਚ ਮਨਵੀਰ ਜੀ ਇੱਕ ਹੋਰ ਗੱਲ ਬਹੁਤ ਜ਼ਰੂਰੀ ਆ, ਪੰਜਾਬ 'ਚ ਆਈਟੀ ਕੰਪਨੀਜ਼ ਜਦੋਂ ਤੱਕ ਨਹੀਂ ਹੋਣਗੀਆਂ ਤੇ ਐਕਚੁਅਲ ਲਰਨਿੰਗ ਨਹੀਂ ਹੋਏਗੀ। Why our model is so successful? Because our engineers are teaching the kids and then they are becoming the software engineers, right? ਇੱਕ normal teacher ਜਿਹੜਾ ਹੈ ਉਹ actual ਚ practical ਜੋ ਅੱਜ ਦੇ ਦਿਨ ਟੈਕਨੋਲੋਜੀ ਚ required ਆ ਉਹ ਨਹੀਂ ਪੜ੍ਹਾ ਸਕਦਾ। ਇਹਦੇ ਵਿੱਚ ਉਹਦੀ ਗਲਤੀ ਨਹੀਂ ਆ, ਗਲਤੀ ਇਹ ਹੈ ਕਿ ਟੈਕਨੋਲੋਜੀ ਐਡਵਾਂਸ ਬਹੁਤ ਜਲਦੀ ਹੋ ਜਾਂਦੀ ਹੈ, 2 ਹਫ਼ਤੇ ਬਾਅਦ ਹੀ ਚੀਜ਼ਾਂ ਬਦਲ ਜਾਂਦੀਆਂ ਨੇ, 6 ਮਹੀਨੇ ਬਾਅਦ ਕੋਈ ਹੋਰ ਟੈਕਨੋਲੋਜੀ ਆ ਜਾਂਦੀ ਹੈ, ਰਾਈਟ? ਸੋ ਜਦੋਂ ਤੱਕ ਆਈਟੀ ਕੰਪਨੀਆਂ ਨਹੀਂ ਹੋਣਗੀਆਂ ਪੰਜਾਬ ਦੇ ਵਿੱਚ ਐਡਿਕੁਏਟ ਨੰਬਰ, ਐਂਡ ਉਹਨਾਂ ਨੂੰ ਟ੍ਰੇਨਿੰਗ ਦੇਣ ਲਈ ਸਰਕਾਰ ਸਪੋਰਟ ਨਹੀਂ ਕਰੇਗੀ ਕਿ ਹਾਂਜੀ ਵੀ ਤੁਸੀਂ ਸਾਲ 'ਚ 100 ਬੰਦੇ ਟ੍ਰੇਨ ਕਰਨੇ ਆ, ਟ੍ਰੇਨਿੰਗ ਇੰਸਟੀਚਿਊਟ ਖੋਲਣ ਨਾਲ ਬੱਚੇ ਟ੍ਰੇਨ ਨਹੀਂ ਹੋਣੇ, ਆਈਟੀ ਕੰਪਨੀਆਂ ਖੋਲਣ ਨਾਲ ਬੱਚਿਆਂ ਨੇ ਐਕਚੁਅਲ 'ਚ ਟ੍ਰੇਨ ਹੋਣਾ ਉਸ ਚੀਜ਼ ਵਿੱਚ ਜਿਹਦੇ ਨਾਲ ਉਹਨਾਂ ਨੂੰ ਇਮੀਡੀਏਟ 25,000 ਦੀ ਜੌਬ ਮਿਲ ਜਾਣੀ ਹੈ, ਰਾਈਟ? ਸੋ ਇਸ ਕਰਕੇ ਟ੍ਰੇਨਿੰਗ ਇੰਸਟੀਚਿਊਟ ਖੋਲਣ ਤੋਂ ਪਹਿਲਾਂ ਜਾਂ ਕਾਲਜਿਸ ਦੇ ਵਿੱਚ ਸਿਲੇਬਸ ਐਡ ਕਰਨਾ, ਅਸੀਂ ਉਹਨਾਂ ਨੂੰ ਇਹ ਕਰਵਾ ਰਹੇ ਹਾਂ, ਉਹ ਕਰਵਾ ਰਹੇ ਹਾਂ, ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀਆਂ ਵਾ ਉਹ ਆਈਟੀ ਸੈਕਟਰ ਨੂੰ ਜਿਹੜਾ ਵਾ ਉਹਦੇ ਲਈ ਪਾਲਿਸੀਜ਼, ਆਈਟੀ ਸੈਕਟਰ ਨੂੰ ਜਿਹੜਾ ਵਾ ਉਹਨੂੰ ਤਰਜੀਹ ਦੇਣ ਦੀ ਬਹੁਤ ਲੋੜ ਹੈ, ਤਾਂ ਕਿ ਜਿਹੜਾ ਬੱਚੇ ਸਿੱਖਣ ਉਹ ਪ੍ਰੈਕਟੀਕਲੀ ਬੱਚੇ ਜਿਹੜਾ ਉਹ ਸਿੱਖਣ, ਕਿਉਂਕਿ ਅੱਜ ਦੀਆਂ ਜਿਹੜੀਆਂ ਟੈਕਨੋਲੋਜੀਜ਼ ਆ ਉਹਨਾਂ ਦੀਆਂ ਕਿਤਾਬਾਂ ਨਹੀਂ ਹੈਗੀਆਂ, ਉਹ ਰੀਅਲ ਟਾਈਮ ਦੇ ਵਿੱਚ ਹੀ ਤੁਸੀਂ ਜਿਹੜਾ ਵਾ ਉਹ ਸਿੱਖ ਸਕਦੇ ਹੋ। ਤੁਸੀਂ ਦੱਸ ਦਿਓ ਕਿ YouTube ਰੋਜ਼ ਕੁਝ ਨਾ ਕੁਝ ਚੇਂਜ ਕਰ ਦਿੰਦਾ ਹੈ, Facebook ਰੋਜ਼ ਕਰ ਦਿੰਦਾ, ਤੁਸੀਂ ਕਿਤਾਬ 'ਚ ਪੜ੍ਹ ਸਕਦੇ ਹੋ ਉਸ ਚੀਜ਼ ਨੂੰ? ਤੁਸੀਂ ਨਹੀਂ ਪੜ੍ਹ ਸਕਦੇ। ਸੋ ਇਹਦੇ ਵਿੱਚ ਟੀਚਰ ਦੀ ਗਲਤੀ ਨਹੀਂ ਆ, ਕਾਲਜ ਦੀ ਗਲਤੀ ਨਹੀਂ ਆ, ਕਿਸੇ ਦੀ ਵੀ ਗਲਤੀ ਨਹੀਂ ਆ। ਆਈਟੀ ਸੈਕਟਰ ਦੀਆਂ ਜੌਬਸ ਪੰਜਾਬ 'ਚ ਹੋਣ ਤੇ ਬੱਚਿਆਂ ਦਾ ਧਿਆਨ ਆਈਟੀ ਵੱਲ ਜਾਵੇ, ਇਹਦੇ ਲਈ ਪੰਜਾਬ ਦੇ ਵਿੱਚ ਆਈਟੀ ਕੰਪਨੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਮੈਨੂੰ ਦੁੱਖ ਲੱਗਦਾ ਹੈ ਕਿ ਇੰਨੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ, TCS ਆ, ਇਨਫੋਸਿਸ ਆ, ਹੋਰ ਬੜੀਆਂ ਕੰਪਨੀਆਂ ਆ, ਮੈਂ ਨਾਮ ਨਹੀਂ ਲੈਣਾ ਚਾਹੁੰਦੀ ਸੀ, ਬਹੁਤ ਸਾਰੀਆਂ ਕੰਪਨੀਆਂ ਨੇ, ਸਾਡੀ ਕਮਿਊਨਿਟੀ ਵੀ ਉੱਥੇ ਕੰਮ ਕਰ ਰਹੀ ਆ, ਸਾਡੀ ਕਮਿਊਨਿਟੀ ਸਾਨੂੰ ਦੱਸਦੀ ਆ ਕਿ ਸਾਡੀ ਸਟੇਟ ਜਿਹੜੀ ਆ ਪ੍ਰੈਫਰ ਹੀ ਨਹੀਂ ਕੀਤੀ ਜਾਂਦੀ ਕਿ ਇੱਥੇ ਆਈਟੀ ਹਬਸ ਹੋਣ, ਰਾਈਟ? ਸੋ ਹੋਣੇ ਵੀ ਨਹੀਂ ਚਾਹੀਦੇ, ਮੈਂ ਇਹ ਕਹਾਂਗੀ। ਸਾਡੇ ਯੂਥ ਦੀਆਂ ਕੰਪਨੀਆਂ ਜਿਹੜੀਆਂ ਇੱਥੇ ਹੋਣੀਆਂ ਚਾਹੀਦੀਆਂ ਪੰਜਾਬ ਦੇ ਵਿੱਚ, ਤੇ ਉਹ ਵਾਲੀਆਂ ਕੰਪਨੀਆਂ ਸਾਨੂੰ ਛੋਟੀਆਂ ਕੰਪਨੀਆਂ ਨੂੰ ਕੰਮ ਦੇਣ ਤੇ ਅਸੀਂ ਲੋਕਲ ਲੈਵਲ ਤੇ ਬੱਚਿਆਂ ਨੂੰ ਜਿਹੜੀਆਂ ਜੌਬਸ ਦਈਏ। ਇੱਥੇ ਫੇਰ ਉਹੀ ਕਲਚਰ ਆ ਗਿਆ ਕਿ ਆਪ ਵੱਡੀ ਕੰਪਨੀ ਨੇ ਇੱਥੇ ਹੱਬ ਬਣਾਤਾ, ਵੱਡੀ ਕੰਪਨੀ ਨੇ ਆਫਿਸ ਬਣਾਤਾ, ਉਹ ਤੇ ਫਿਰ ਸੌਖਾ ਹੀ ਆ, ਰਾਈਟ? ਉਹ ਤੇ ਫਿਰ ਪੰਜਾਬ ਦੇ ਯੂਥ ਦੇ ਹੱਥ 'ਚ ਕੁਛ ਨਹੀਂ ਆਇਆ, ਫਿਰ ਪੰਜਾਬ ਦਾ ਯੂਥ ਜਿਹੜਾ ਵਾ ਉਹ ਐਂਟਰਪ੍ਰੀਨਿਓਰਸ਼ਿਪ ਵੱਲ ਨਹੀਂ ਗਿਆ, ਖੁਦ ਕੁਝ ਕ੍ਰੀਏਟ ਨਹੀਂ ਕੀਤਾ, ਤੇ ਬਾਹਰ ਦੀਆਂ ਕੰਪਨੀਆਂ ਨੂੰ ਜਿਹੜਾ ਉਹ ਫਾਇਦਾ ਹੋ ਗਿਆ। ਇਸ ਤੋਂ ਪਹਿਲਾਂ ਕਿ ਇੰਨੀ ਹਾਈਪ ਦੇ ਨਾਲ ਜਿਹੜੀ ਕਿ ਮੈਂ ਜਾਂ ਹੋਰ ਜਾਣਿਆਂ ਨੇ ਕ੍ਰੀਏਟ ਕੀਤੀ ਹੋਈ ਆ ਕਿ ਆਈਟੀ ਵੱਲ ਧਿਆਨ ਦੇਣ ਦੀ ਲੋੜ ਆ, ਤੇ ਕੋਈ ਵੱਡੀ ਕੰਪਨੀ ਆ ਕੇ ਇੱਥੇ ਆਫਿਸਿਸ ਖੋਲ ਦੇ, ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਉਹ ਪਾਲਿਸੀ ਲੈ ਕੇ ਆਏ ਕਿ ਇੱਥੇ ਸਾਡਾ ਹੀ ਯੂਥ ਛੋਟੀਆਂ ਛੋਟੀਆਂ ਆਈਟੀ ਕੰਪਨੀਆਂ ਵੱਲ ਖੋਲਣ ਵੱਲ ਧਿਆਨ ਦੇਵੇ, ਪਲੱਸ ਟ੍ਰੇਨਿੰਗ ਲਈ ਸਰਕਾਰ ਫੈਸਿਲਿਟੇਟ ਕਰੇ ਕਿ ਆਮ ਜਿਹੜਾ ਯੂਥ ਆ ਉਹਨਾਂ ਕੰਪਨੀਆਂ 'ਚ ਟ੍ਰੇਨ ਹੋਵੇ। ਤੇ ਫਿਰ ਤੁਸੀਂ ਦੇਖਿਓ ਪੂਰੇ ਇੰਡੀਆ 'ਚ ਜਿਹੜੇ ਸਾਡੇ ਪੰਜਾਬੀ ਆ, ਚੇਨਈ ਆ, ਹੈਦਰਾਬਾਦ ਆ, ਜਦੋਂ ਇੱਥੇ ਉਹਨਾਂ ਨੂੰ ਲੱਖ ਲੱਖ ਰੁਪਏ ਤਨਖਾਹ ਮਿਲੇਗੀ, ਸਾਰੇ ਵਾਪਿਸ ਆ ਜਾਣਗੇ। ਵਧੀਆ ਤੋਂ ਵਧੀਆ ਕੰਪਨੀਆਂ ਦੇ ਵਿੱਚ ਵੀ ਟੌਪ ਟੈਕਨੀਕਲ ਬੱਚੇ ਜਿਹੜੇ ਉਹ ਸਾਡੇ ਪੰਜਾਬ ਦੇ ਸਰਦਾਰ ਆ, ਸਾਡੇ ਪੰਜਾਬੀ ਨੇ, ਠੀਕ ਹੈ, ਉਹ ਇੱਥੇ ਆਣਗੇ। ਫਿਰ ਜਦੋਂ ਉਹਨਾਂ ਨੂੰ ਇੱਥੇ ਇੰਨੀ ਸੈਲਰੀ ਮਿਲੇਗੀ, ਕਿਉਂ ਨਹੀਂ ਆਣਗੇ ਆਪਣੇ ਪੇਰੈਂਟਸ ਕੋਲ?
ਪੰਜਾਬ ਨੂੰ ਐਗਰੀਕਲਚਰ ਇਕੋਨੋਮੀ ਤੋਂ ਆਈਟੀ ਇਕੋਨੋਮੀ ਬਣਾਇਆ ਜਾ ਸਕਦਾ, ਐਵੇਂ ਲੱਗ ਰਿਹਾ ਤੁਹਾਡੀਆਂ ਗੱਲਾਂ ਤੋਂ। ਸੀ ਐਗਰੀਕਲਚਰ ਦੇਖੋ ਜੋ ਸਾਡੇ ਕੋਲ ਹੈ ਉਹ ਤੇ ਹੈ ਹੀ ਆ, ਵੀ ਆਰ ਨੋਨ ਫॉर द ਐਗਰੀਕਲਚਰ। ਪਲੱਸ ਦੇਖੋ ਆਈਟੀ ਇਜ਼ ਲਾਈਕ ਅ ਨਰਵਸ ਸਿਸਟਮ, ਰਾਈਟ? ਤੁਸੀਂ ਐਗਰੀਕਲਚਰ ਦੀ ਗੱਲ ਕਰ ਲਓ, ਹਸਪਿਟੈਲਿਟੀ ਦੀ ਗੱਲ ਕਰ ਲਓ, ਤੁਸੀਂ ਜਿਹੜੇ ਮਰਜ਼ੀ ਸੈਕਟਰ ਦੀ ਗੱਲ ਕਰ ਲਓ, ਆਈਟੀ ਇਜ਼ ਲਾਈਕ ਕਿ ਜਿਵੇਂ ਕੰਪਨੀ ਦੇ ਵਿੱਚ ਫਾਈਨੈਂਸ ਡਿਪਾਰਟਮੈਂਟ ਹੁੰਦਾ ਨਾ, ਉਹ ਐਗਰੀਕਲਚਰ 'ਚ ਵੀ ਚਾਹੀਦਾ, ਉਹ ਹਸਪੀਟਲ 'ਚ ਵੀ ਚਾਹੀਦਾ, ਉਹ ਸਕੂਲ 'ਚ ਵੀ ਚਾਹੀਦਾ। ਇਦਾਂ ਹੀ ਜਿਹੜੀ ਟੈਕਨੋਲੋਜੀ ਆ, ਇਟ ਇਜ਼ ਨਾਟ ਅਨਦਰ ਸੈਕਟਰ ਕਿ ਲੋਕਾਂ ਦਾ ਧਿਆਨ ਐਗਰੀਕਲਚਰ ਛੱਡ ਕੇ ਤੇ ਟੈਕਨੋਲੋਜੀ ਵੱਲ ਕਰਨਾ। ਨਹੀਂ, ਟੈਕਨੋਲੋਜੀ ਨੇ ਤੇ ਖੁਦ ਫਾਰਮਿੰਗ ਨੂੰ ਇੰਨੀ ਹੈਲਪ ਕਰਨੀ ਕਿ ਉਹ ਹੋਰ ਪ੍ਰਫੁੱਲਿਤ ਹੋਵੇ। ਸਾਡਾ ਕਿਸਾਨ ਪੂਰੇ ਗਲੋਬਲ ਲੈਵਲ ਤੇ ਜਿੱਥੇ ਮਰਜ਼ੀ ਪਹੁੰਚੇ, ਨਿਊ IoT ਸੋਲਿਊਸ਼ਨਸ ਨਿਕਲਣ, ਆਪਣੇ ਆਪ ਪਾਣੀ ਪਵੇ, ਆਪਣੇ ਆਪ ਜਿਹੜੀ ਆ ਉਹ ਲਾਈਟਾਂ ਬੰਦ ਹੋ ਜਾਣ, ਆਪਣੇ ਆਪ ਜਿਹੜੀ ਆ ਮੱਝ ਕਿੱਲੇ ਤੋਂ ਨਿਕਲ ਗਈ ਤੇ ਤੁਹਾਨੂੰ ਮੈਸੇਜ ਆ ਜਾਏ ਕਿ ਬਈ ਇਹ ਫੜ ਲਓ ਜਾ ਕੇ, ਰਾਈਟ? ਸੋ ਉਹ ਚੀਜ਼ ਆਈਟੀ ਨੇ ਉਲਟਾ ਐਗਰੀਕਲਚਰ ਨੂੰ ਫੈਸਿਲਿਟੇਟ ਕਰਨਾ ਹੈ। ਪੰਜਾਬ ਨੂੰ ਐਸੇ ਸੈਂਟਰ ਦੀ ਜ਼ਰੂਰਤ ਆ ਜਿੱਥੇ ਸਿਰਫ ਐਗਰੀਕਲਚਰ ਤੇ ਟੈਕਨੋਲੋਜੀ ਦੀ ਹੀ ਗੱਲ ਹੋ ਰਹੀ ਹੈ। ਉੱਥੇ ਉਹੀ ਪ੍ਰੋਡਕਟ ਬਣ ਰਹੇ ਨੇ, ਉਹੀ ਮੋਬਾਈਲ ਐਪਸ ਬਣ ਰਹੀਆਂ ਨੇ, ਉਹੀ IoT ਸੋਲਿਊਸ਼ਨ ਬਣ ਰਹੇ ਨੇ। ਸੋ ਜਿਹੜਾ ਟੈਕਨੋਲੋਜੀ ਆ, it is not another sector in Punjab, it is a sector which will help all the sectors of Punjab। ਉਸ ਤੋਂ ਬਾਅਦ ਦੇਖੋ ਪਿੰਡ 'ਚ ਸਮਝੋ ਕਿ ਇੱਕ ਡਿਸਟ੍ਰਿਕਟ ਅਸੀਂ ਕੰਪਨੀ ਖੋਲਤੀ, ਰਾਈਟ? ਉਸ ਡਿਸਟ੍ਰਿਕਟ ਦੇ NRI ਉਹਨਾਂ ਨੂੰ ਕੰਮ ਦੇਣ ਨਾ, ਉਹ ਵਾਲੀ IT ਨੂੰ ਕੰਮ ਦੇਣ। ਜਿੰਨੇ NRIs ਨੇ, ਉਹਨਾਂ ਦੇ ਰੀਅਲ ਏਸਟੇਟ ਬਿਜ਼ਨਸ ਆ ਕੈਨੇਡਾ 'ਚ, ਉਹਨਾਂ ਦੇ ਪੈਟਰੋਲ ਪੰਪਸ ਆ, ਉਹਨਾਂ ਦੀਆਂ ਕੰਪਨੀਆਂ ਆ ਜਿੱਥੇ 2-2000 ਲੋਕ ਕੰਮ ਕਰ ਰਹੇ ਨੇ, ਹਾਰਡਵੇਅਰ ਦੀਆਂ ਕੰਪਨੀਆਂ ਆ, ਠੀਕ ਆ, ਉਹ ਮਾਰਗੇਜ ਬਿਜ਼ਨਸ ਕਰ ਰਹੇ ਨੇ, ਉਹਨਾਂ ਨੇ ਡਿਜੀਟਲ ਮਾਰਕੀਟਿੰਗ ਕਰਵਾਣੀ, ਡਿਜ਼ਾਈਨਿੰਗ ਕਰਾਣੀ, ਆਪਣੇ ਪਿੰਡ ਦੀ IT ਕੰਪਨੀ ਨੂੰ ਦੇਣ ਨਾ ਕੰਮ। ਇਹ ਨਾ ਤੁਸੀਂ ਮੰਨੋ ਕਿ ਅਸੀਂ ਕੁਆਲਿਟੀ ਨਹੀਂ ਡਿਲੀਵਰ ਕਰ ਸਕਦੇ, ਅਸੀਂ ਕੁਆਲਿਟੀ ਡਿਲੀਵਰ ਕਰ ਸਕਦੇ ਆ, ਇਸੇ ਲਈ ਅਸੀਂ ਅੱਜ 120 ਬੰਦੇ ਆ ਇੱਥੇ, ਠੀਕ ਆ? ਅਸੀਂ ਅੱਛਾ ਕੰਮ ਕਰ ਰਹੇ ਆ ਤੇ ਸਾਡੇ ਨਾਲ ਕਸਟਮਰ ਜੁੜੇ ਨੇ, ਸਾਡੇ ਨਾਲ ਕਸਟਮਰ 6-6 ਸਾਲ ਤੋਂ ਜੁੜੇ ਨੇ। ਸੋ ਪਲੀਜ਼ ਇਸ ਚੀਜ਼ ਨੂੰ ਵੀ ਸਾਰਿਆਂ ਨੂੰ ਮੰਨਣਾ ਪਏਗਾ ਕਿ ਅਸੀਂ ਮਿਹਨਤ ਕਰ ਰਹੇ ਆ ਤੇ ਅਸੀਂ ਕੁਆਲਿਟੀ ਡਿਲੀਵਰ ਕਰ ਸਕਦੇ ਆ, ਪਰ ਤੁਹਾਨੂੰ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਕੰਮ ਦੇਣਾ ਪਏਗਾ। ਮੈਂ ਤੇ ਖੁਦ ਨਹੀਂ ਚਾਹੁੰਦੀ ਕਿ ਸਾਰੇ ਮੈਨੂੰ ਕੰਮ ਦੇਣ, ਮੈਂ ਤੇ ਇਹ ਕਹਿ ਰਹੀ ਡਿਵੈਲਪ ਹੋ ਜੇ ਕਿ ਦੁਨੀਆ ਕਵੇ ਕਿ ਪੰਜਾਬ 'ਚ ਦੋ IT ਦਾ ਕੰਮ। ਸੋ ਲੋਕਲ ਰੂਰਲ IT ਰੈਵੋਲੂਸ਼ਨ ਪੰਜਾਬ 'ਚ ਆ ਸਕਦਾ, ਪਰ ਇਹਦੇ ਲਈ ਕੀ ਤੁਹਾਡੇ ਵੱਲੋਂ ਜਾਂ ਪੰਜਾਬ ਦੇ ਜਿਹੜੇ ਮਿਨਿਸਟਰ ਨੇ, ਟੈਕਨੋਲੋਜੀ ਮਿਨਿਸਟਰ ਹੋ ਗਏ ਜਾਂ ਮਾਈਕਰੋ ਸਕੇਲ ਇੰਡਸਟਰੀ ਮਿਨਿਸਟਰ ਹੋ ਗਏ, ਉਹਨਾਂ ਵੱਲੋਂ ਕੋਈ ਇੱਦਾਂ ਦੀ ਅਪਰੋਚ ਕੀਤੀ ਜਾ ਰਹੀ ਹੈ, ਕੋਈ ਪਲਾਨਿੰਗ ਕੀਤੀ ਜਾ ਰਹੀ ਹੈ? ਅਗਰ ਤੁਸੀਂ ਇਸ ਚੀਜ਼ ਤੋਂ ਅਵੇਅਰ ਹੋਵੋ, ਜਾਂ ਤੁਹਾਡੇ ਵੱਲੋਂ ਕੀ ਐਫਰਟਸ ਹੋ ਸਕਦੀਆਂ, ਜਾਂ ਯੂਥ ਵੱਲੋਂ ਜਾਂ ਲੋਕਾਂ ਵੱਲੋਂ ਕੀ ਐਫਰਟਸ ਹੋ ਸਕਦੀਆਂ ਟੂ ਮੇਕ ਦ ਗਵਰਨਮੈਂਟ ਅਵੇਅਰ ਅਬਾਊਟ ਦਿਸ? ਸੀ ਗਵਰਨਮੈਂਟ ਦੇ ਧਿਆਨ ਵਿੱਚ ਹੈਗਾ ਤੇ ਆਈ ਐਮ ਸ਼ੋਰ ਕਿ ਇਹ ਚੀਜ਼ ਜਿਹੜੀ ਆ ਉਹ ਆਏਗੀ, ਬਣ ਕੇ ਵੀ ਆਏਗੀ। ਐਂਡ ਮੈਨੂੰ ਵੀ ਕਿਹਾ ਗਿਆ ਕਿ ਮੈਂ ਆਪਣਾ ਬਿਜ਼ਨਸ ਮਾਡਲ ਸ਼ੇਅਰ ਕਰਾਂ ਤੇ ਮੈਂ ਕੀਤਾ ਵੀ ਆ। ਜਦੋਂ ਮੈਂ ਖੁਦ ਪੁੱਛ ਤੇ ਮੈਂ ਕਰਾਂਗੀ ਵੀ। ਉਹਨਾਂ ਨੇ ਖੁਦ ਹੀ ਇੱਥੇ ਵਿਜ਼ਿਟ ਕਰ ਲਿਆ ਹੋਇਆ ਵੈਸੇ ਹੀ, ਰਾਈਟ? ਸੋ ਆਈ ਐਮ ਗਿਵਿੰਗ ਮਾਈ ਫੁੱਲ ਸਪੋਰਟ ਟੂ ਦ ਗਵਰਨਮੈਂਟ। ਬਟ ਉਹੀ ਕਿ ਇੱਕ ਬੰਦੇ ਨੇ ਜਿੰਨੇ ਬਲੀਦਾਨ ਦੇ ਦਿੱਤਾ ਹੋਇਆ, ਠੀਕ ਹੈ, ਸੋ ਉਹਦੀ ਗੱਲ ਸੁਣਨੀ ਬੜੀ ਜ਼ਰੂਰੀ ਹੈ, ਰਾਈਟ? ਮੇਰੇ ਤੇ 10 ਸਾਲ ਲੰਘ ਗਏ ਐਂਡ ਆਈ ਐਮ ਆਲਸੋ ਸ਼ੋਰ ਕਿ ਅਗਲੇ ਦੇ 10 ਸਾਲ ਖਰਾਬ ਨਹੀਂ ਹੋਣਗੇ ਜਿਹੜਾ ਅਗਲੀ ਵਾਰ ਕਰੇਗਾ, ਰਾਈਟ? ਸੋ ਜਿੱਥੇ ਜਿੱਥੇ ਮੈਨੂੰ ਜਾਂ ਸਾਡੀ ਕੰਪਨੀ ਨੂੰ ਪ੍ਰੋਬਲਮਸ ਆ ਰਹੀਆਂ, ਉਹਨਾਂ ਨੂੰ ਵੀ ਸੋਲਵ ਕਰਨ ਦੀ ਜ਼ਰੂਰਤ ਆ, ਰਾਈਟ? ਪਲੱਸ ਆਈ ਹੋਪ ਕਿ ਅਸੀਂ ਇਕੱਠੇ ਮਿਲ ਕੇ ਕੁਝ ਅੱਛਾ ਕਰੀਏ। ਸੋ ਬਣ ਕੇ ਕੀ ਬਾਹਰ ਆਏਗਾ ਉਹਦਾ ਮੈਨੂੰ ਨਹੀਂ ਪਤਾ, ਠੀਕ ਹੈ? ਸੋ ਜੇ ਮੇਰੀ ਉਹਦੇ ਵਿੱਚ ਕੋਈ ਇਨਵੋਲਵਮੈਂਟ ਹੋਏਗੀ ਜਾਂ ਮੇਰਾ ਕੋਈ ਰੋਲ ਹੋਏਗਾ ਤੇ ਮੈਂ ਉਹਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਨਿਭਾਵਾਂਗੀ। ਇੱਕ ਮਨਦੀਪ ਕੌਰ ਟਾਂਗਰਾ ਨਹੀਂ, ਤੁਹਾਨੂੰ ਇੱਥੇ ਕਈ ਮਨਦੀਪ ਕੌਰ ਟਾਂਗਰਾ ਜਿਹੜੀਆਂ ਉਹ ਬਣਾ ਕੇ ਦਿਖਾਵਾਂਗੇ ਕਿ ਹਾਂ ਹੋ ਸਕਦੀਆਂ ਨੇ, ਕਿਉਂਕਿ ਇਸ ਕੰਪਨੀ ਨੂੰ ਮੈਂ ਜ਼ੀਰੋ ਮਨੀ ਨਾਲ ਸ਼ੁਰੂ ਕੀਤਾ, ਨੈਗੇਟਿਵ ਤੋਂ ਸ਼ੁਰੂ ਕੀਤਾ, ਜਦੋਂ ਮੇਰੇ ਕੋਲ ਆਪਣੀ ਫੀਸ ਨਹੀਂ ਸੀ ਦਿੱਤੀ ਜਾਂਦੀ, ਰਾਈਟ? ਸੋ ਜੇ ਮੈਂ ਕਰ ਸਕਦੀ ਹਾਂ ਤੇ ਕੋਈ ਵੀ ਪਿੰਡ ਦਾ ਬੱਚਾ ਉੱਠ ਕੇ ਕਰ ਸਕਦਾ ਹੈ। ਅਸੀਂ ਕਦੀ ਵੀ ਇੰਗਲਿਸ਼ ਸਿੱਖ ਸਕਦੇ ਹਾਂ, ਕਦੀ ਵੀ ਕੰਪਿਊਟਰ ਸਿੱਖ ਸਕਦੇ ਹਾਂ। ਉਲਟਾ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਤੇ ਹੋਰ ਸੌਖਾ ਸਿੱਖ ਸਕਦੇ ਹਾਂ, ਕਿਉਂਕਿ ਅਸੀਂ ਅਵੇਅਰ ਹੋ ਗਏ ਹਾਂ ਕਿ ਸਾਨੂੰ ਸਿੱਖਣਾ ਪੈਣਾ, ਰਾਈਟ? ਸੋ ਐਨੀਬਡੀ ਕੈਨ ਡੂ ਇਟ। ਪਰ ਜਿਹੜਾ ਡਿਸੀਜਨ ਸਟੈਂਡ ਲੈਣਾ ਜ਼ਿੰਦਗੀ 'ਚ, ਉਹ ਬਹੁਤ ਜ਼ਰੂਰੀ ਆ ਕਿ ਮੈਂ ਪੰਜਾਬ ਹੀ ਰਹਿਣਾ ਤੇ ਪੰਜਾਬ ਰਹਿ ਕੇ ਮੈਂ ਕੁਝ ਕਰਨਾ ਤੇ ਮੈਂ ਸਬਰ ਰੱਖਣਾ। ਮੈਨੂੰ ਵੀ 10 ਸਾਲ ਲੱਗ ਗਏ, ਸੋ ਸਾਰਿਆਂ 'ਚ 10-10 ਸਾਲ ਦਾ ਸਬਰ ਚਾਹੀਦਾ। ਬਟ ਲੋਕ ਬਾਹਰ ਜਾ ਕੇ ਫਸਣਾ ਚਾਹੁੰਦੇ ਨੇ, ਉਹ ਕਹਿੰਦੇ ਕਿ ਨਹੀਂ ਕਰਨਾ 10 ਸਾਲ ਸਬਰ। ਥੈਂਕ ਯੂ ਸੋ ਮਚ ਮਨਦੀਪ ਕੌਰ ਜੀ, ਤੁਸੀਂ ਆਲਮੋਸਟ 1 ਘੰਟੇ ਦੀ ਆਪਣੀ ਕਨਵਰਸੇਸ਼ਨ ਹੋ ਗਈ, ਤੁਸੀਂ ਇੰਨਾ ਵਕਤ ਕੱਢਿਆ
ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਐਨਲਾਈਟਨਿੰਗ ਕਨਵਰਸੇਸ਼ਨ ਸੀਗੀ। ਕਾਫੀ ਗੱਲਾਂ ਮੈਨੂੰ ਲੱਗਦਾ ਹੈ ਕਿ ਯੂਥ ਦੇ ਸਾਹਮਣੇ ਕਲੀਅਰ ਹੋਣਗੀਆਂ ਕਿ ਰੂਰਲ ਆਈਟੀ ਰੈਵੋਲੂਸ਼ਨ ਪੰਜਾਬੀ ਜਿਹੜੀ ਨੌਜਵਾਨੀ ਉਹ ਕਰ ਸਕਦੀ ਹੈ। ਦੇ ਕੈਨ ਬ੍ਰਿੰਗ ਦ ਚੇਂਜ। ਉਹ ਬਦਲਾਵ ਆਪਣੇ ਆਪ ਹੀ ਲਿਆ ਸਕਦੇ ਆ, ਨਾ ਕਿ ਸਰਕਾਰ ਤੋਂ ਉਮੀਦ ਲਾਉਣ। ਆਪਣੇ ਆਪ ਹੀ ਬਹੁਤ ਕੁਝ ਅਚੀਵ ਕਰ ਸਕਦੇ ਆ। ਥੈਂਕ ਯੂ ਸੋ ਮਚ ਫॉर ਸ਼ੇਅਰਿੰਗ ਯੋਰ ਵਿਊਜ਼। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਮਨਵੀਰ ਜੀ, ਥੈਂਕ ਯੂ ਸੋ ਮਚ।